ਰਿਹਾ ਹੋਇਆ ਕਿ ਇਮੀਗ੍ਰੇਸ਼ਨ ਮਿਨਿਸਟਰ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਜਵਾਬ ਦਿੱਤੇ ਗਏ ਨੇ। ਬੈਕਲੌਗ ਨੂੰ ਲੈ ਕੇ ਸਰਕਾਰ ਦੀ ਵੀ ਬਾਰ-ਬਾਰ ਬਹੁਤ ਜ਼ਿਆਦਾ ਆਲੋਚਨਾ ਹੋਈ ਹੈ। ਸੋ ਜੋ ਇਸ ਵਕਤ ਉਹਨਾਂ ਦੀਆਂ ਸਟੇਟਮੈਂਟਸ ਸਾਹਮਣੇ ਆ ਰਹੀਆਂ ਨੇ, ਇੱਕ ਆਸ ਦੀ ਕਿਰਨ ਲੈ ਕੇ ਆ ਰਹੀਆਂ ਨੇ ਕਿ ਜਿਵੇਂ ਉਹਨਾਂ ਨੇ ਕਿਹਾ ਕਿ 3 ਮਹੀਨਿਆਂ ਵਿੱਚ ਅਸੀਂ ਘੱਟੋ-ਘੱਟ ਇੰਨੀਆਂ ਐਪਲੀਕੇਸ਼ਨਸ ਦਾ ਨਿਪਟਾਰਾ ਕਰ ਦੇਵਾਂਗੇ। ਸੋ ਉਹਨਾਂ ਦੇ ਬਿਆਨ ਨੂੰ ਇਸ ਵਕਤ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਕਿ ਵਾਕਈ ਇਸ ਦਾ ਕੋਈ ਅਸਰ ਹੋਏਗਾ? ਕਰਨ ਬਿਲਕੁਲ ਅਸਰ ਹੋਏਗਾ ਜੀ। ਤੁਸੀਂ ਸਭ ਤੋਂ ਇੰਪੋਰਟੈਂਟ ਤਾਂ ਆ ਦੇਖੋ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ IRCC ਦੇ ਉੱਤੇ 85 ਮਿਲੀਅਨ ਦੀ ਐਕਸਟਰਾ ਫੰਡਿੰਗ ਕੀਤੀ ਜਾ ਰਹੀ ਹੈਗੀ ਹੈ ਐਂਡ ਕੀਤੀ ਗਈ ਹੈ ਐਂਡ ਇਸ ਟਾਈਮ ਤੇ ਤਕਰੀਬਨ 500 ਐਕਸਟਰਾ employees have been hired onto IRCC ऐसे करके हायर किए गए ने ताकि ਅਸੀਂ ਜਿਹੜਾ ਬੈਕਲੌਗ ਹੈਗਾ ਉਹਨੂੰ ਅਸੀਂ ਰਿਜ਼ੋਲਵ ਕਰ ਸਕੀਏ ਐਂਡ ਇਮੀਗ੍ਰੇਸ਼ਨ ਮਿਨਿਸਟਰ ਸਿੰਘ ਫਰੈਜ਼ਨ ਸਾਹਿਬ ਹੀ ਇਜ਼ ਵਰਕਿੰਗ ਐਕਸੀਡਿੰਗਲੀ ਵੈਲ ਐਂਡ ਜਿਸ ਤਰ੍ਹਾਂ ਉਹ ਕੰਮ ਕਰ ਰਹੇ ਨੇ ਜਿਸ ਤਰ੍ਹਾਂ ਉਹ ਆਪਣੇ ਡਿਪਾਰਟਮੈਂਟ ਤੋਂ ਕੰਮ ਐਕਸਪੈਕਟ ਕਰ ਰਹੇ ਨੇ ਵੀ ਐਕਸਪੈਕਟ ਕਿ ਜਿਹੜਾ ਬੈਕਲੌਗ ਹੈਗਾ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਹੀ ਖਤਮ ਹੋ ਜਾਏਗਾ। ਜਿਹੜੀ 1,47,000 ਐਪਲੀਕੇਸ਼ਨਸ ਦੀ ਗੱਲ ਕੀਤੀ ਜਾ ਰਹੀ ਹੈ ਕਿ ਅਸੀਂ 3 ਮਹੀਨਿਆਂ ਦੇ ਵਿੱਚ ਫਿਨਿਸ਼ ਕਰ ਦਿਆਂਗੇ, ਉਹ ਬਿਲਕੁਲ ਠੀਕ ਹੈ ਜੀ। ਬਿਕੋਜ਼ ਇਸ ਟਾਈਮ ਤੇ ਬੈਕਲੌਗਡ ਐਪਲੀਕੇਸ਼ਨਸ ਕਾਫੀਆਂ ਹੈਗੀਆਂ ਜਿਨ੍ਹਾਂ ਨੂੰ ਇਨਵੀਟੇਸ਼ਨ ਦਿੱਤੇ ਹੋਏ ਨੇ, ਸੋ ਉਹ ਪ੍ਰੋਸੈਸ ਹੋਣੀਆਂ ਹੈਗੀਆਂ ਐਂਡ ਅਗਲੇ ਹੋਰ ਇਨਵੀਟੇਸ਼ਨ ਦੇਣ ਦਾ ਫਾਇਦਾ ਨਹੀਂ ਹੈਗਾ ਕਿਉਂਕਿ ਪਿਛਲੀਆਂ ਹਾਲੇ ਬੈਕਲੌਗ ਦੇ ਵਿੱਚ ਪਈਆਂ ਹੋਣਗੀਆਂ। ਸੋ ਐਸੇ ਕਰਕੇ ਕਿਹਾ ਜਾ ਰਿਹਾ ਕਿ ਅਗਲੇ 3 ਤੋਂ 4 ਮਹੀਨੇ ਹੋ ਸਕਦਾ ਸਾਨੂੰ CEC ਦਾ ਜਾਂ ਐਕਸਪ੍ਰੈਸ ਐਂਟਰੀ ਦਾ ਕੋਈ ਵੀ ਡਰਾਅ ਦੇਖਣ ਨੂੰ ਨਹੀਂ ਮਿਲੇਗਾ ਐਂਡ ਤਾਂ ਕਿ ਜਿਹੜਾ ਬੈਕਲੌਗ ਹੈਗਾ ਉਹ ਪਿਛਲਾ ਰਿਜ਼ੋਲਵ ਹੋ ਸਕੇ। ਤੁਹਾਨੂੰ ਯਾਦ ਹੋਏਗਾ ਪਿਛਲੇ ਸਾਲ ਦੇ ਵਿੱਚ 2021 ਦੇ ਵਿੱਚ ਪਹਿਲੇ ਕੁਆਟਰ ਦੇ ਵਿੱਚ ਤਕਰੀਬਨ 75,000 ਐਪਲੀਕੇਸ਼ਨਸ ਪ੍ਰੋਸੈਸ ਹੋਈਆਂ ਸੀਗੀਆਂ। ਸੋ ਇਸ ਸਾਲ ਦੇ ਵਿੱਚ ਜਿਹੜਾ ਟਾਰਗੇਟ ਹੈਗਾ ਉਹ ਡਬਲ ਕੀਤਾ ਗਿਆ ਫਸਟ ਕੁਆਟਰ ਦੇ ਵਿੱਚ ਤਾਂ ਕਿ ਉਹ ਬੈਕਲੌਗ ਨੂੰ ਰਿਜ਼ੋਲਵ ਕੀਤਾ ਜਾ ਸਕੇ। ਸਰ ਜਿਵੇਂ ਬੈਕਲੌਗ ਦੀ ਜਦੋਂ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਅਜਿਹੇ ਅਲੱਗ-ਅਲੱਗ ਫੀਲਡਸ ਹੈਗੇ ਜਿਹੜੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ। ਜੇ ਅਸੀਂ ਫੋਰਨ ਵਰਕਰਸ ਦੀ ਗੱਲ ਕਰ ਲਈਏ, ਅਜੇ ਜਿਸ ਤਰੀਕੇ ਨਾਲ ਕਾਫੀ ਜ਼ਿਆਦਾ ਉਹਨਾਂ ਦੇ ਪੈਂਡਿੰਗ ਫਾਈਲਸ ਪਈਆਂ ਨੇ, ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਉਹਨਾਂ ਦੇ ਫਿਊਚਰ ਦੀ ਗੱਲ ਕਰਦੇ ਹਾਂ ਕਿਉਂਕਿ ਅਜੇ ਪੂਰੀ ਤਰੀਕੇ ਨਾਲ ਇਹ ਵੀ ਨਹੀਂ ਕਲੀਅਰ ਹੋਇਆ ਕਿ ਕਿਹੜੀਆਂ ਐਪਲੀਕੇਸ਼ਨਸ ਦੇ ਉੱਤੇ ਪ੍ਰਾਇੋਰਟੀ ਬੇਸਡ ਕੰਮ ਕੀਤਾ ਜਾਏਗਾ। ਕੀ ਇਹਦੇ ਬਾਰੇ ਵੀ ਕੋਈ ਜਾਣਕਾਰੀ ਹੈਗੀ ਹੈ ਕਿ ਕਿਹੜੀਆਂ ਐਪਲੀਕੇਸ਼ਨਸ ਨੂੰ ਸਭ ਤੋਂ ਪਹਿਲਾਂ ਦੇਖਿਆ ਜਾਏਗਾ ਇਹਨਾਂ 3 ਮਹੀਨਿਆਂ 'ਚ? ਹਰ ਇੱਕ ਐਪਲੀਕੇਸ਼ਨ ਨੂੰ ਦੇਖਿਆ ਜਾਏਗਾ ਤਰਨ ਜੀ। ਜਿਹੜਾ ਡਿਫਰੈਂਟ ਰਿਸੋਰਸਿਸ ਹੈਗੇ ਨੇ ਡਿਫਰੈਂਟ ਫਾਈਲਸ ਨੂੰ ਡੀਲ ਕਰਨ ਵਾਸਤੇ ਉਹ ਲਿਖੇ ਗਏ ਨੇ। ਸੋ ਜਿਹੜਾ 1,47,000 ਐਪਲੀਕੇਸ਼ਨ ਕੀਤੀਆਂ ਜਾ ਰਹੀਆਂ ਉਹ ਤੇ ਐਕਸਪ੍ਰੈਸ ਐਂਟਰੀ ਐਂਡ CEC ਕਲਾਸ ਦੀਆਂ ਜਿਹੜੀਆਂ ਐਪਲੀਕੇਸ਼ਨ ਜਾਂ Tier 2 PR ਦੀਆਂ ਹੈਗੀਆਂ ਉਹਨਾਂ ਦੇ ਉੱਤੇ ਫੋਕਸ ਕੀਤਾ ਜਾ ਰਿਹਾ ਕਿ ਅਸੀਂ ਉਹ ਬੈਕਲੌਗ ਨੂੰ ਰਿਜ਼ੋਲਵ ਕਰ ਦਈਏ ਤਾਂ ਕਿ ਅਸੀਂ ਅਗਲੇ ਡਰਾਅਸ ਦੇ ਉੱਤੇ ਜਾ ਜਾਈਏ। ਬਿਕੋਜ਼ ਇਸ ਟਾਈਮ ਤੇ ਨਵੇਂ ਜਿਹੜੀਆਂ ਪ੍ਰੋਫਾਈਲਸ ਕ੍ਰੀਏਟਡ ਹੈਗੀਆਂ ਉਹ ਤਕਰੀਬਨ 1,95,000 ਦੇ ਆਸ-ਪਾਸ ਹਾਲੇ ਹੋਰ ਵੀ ਪ੍ਰੋਫਾਈਲਸ ਪਈਆਂ ਹੋਈਆਂ ਸਿਸਟਮ ਦੇ ਵਿੱਚ। ਸੋ ਜਿਹਦੇ ਵਿੱਚ ਤਕਰੀਬਨ 1,10,000 ਦੇ ਆਸ-ਪਾਸ ਪ੍ਰੋਫਾਈਲ ਹੈਗੀ ਜਿਹੜੀ 400 ਪੁਆਇੰਟ ਤੋਂ ਉੱਪਰ ਹੈਗੀ ਹੈ। ਹਾਂਜੀ, ਸੋ ਜਿਹੜੇ ਆ 400 ਪੁਆਇੰਟ ਤੋਂ ਥੱਲੇ ਹੈਗੀਆਂ ਉਹਨਾਂ ਨੂੰ ਜ਼ਰੂਰ ਸੋਚਣਾ ਪਏਗਾ ਕਿ ਸਾਡੀ ਆਪਸ਼ਨ ਕੀ ਹੋਣੀ ਚਾਹੀਦੀ ਹੈ। ਬਿਕੋਜ਼ ਜੇ ਪੂਰੇ ਸਾਲ ਦਾ ਟਾਰਗੇਟ 1 ਲੱਖ ਐਪਲੀਕੇਸ਼ਨ ਦਾ ਲਿੱਤਾ ਜਾਂਦਾ ਹੈਗਾ ਜਿਹਦੇ ਵਿੱਚ CEC ਐਂਡ ਫੈਡਰਲ ਸਕਿਲਡ ਵਰਕਰ ਹੈਗਾ ਤੇ 450 ਤੋਂ ਥੱਲੇ ਜਿਹੜੇ ਬਾਹਰ ਐਪਲੀਕੈਂਟਸ ਬੈਠੇ ਹੋਏ ਨੇ ਫੈਡਰਲ ਸਕਿਲਡ ਵਰਕਰਸ, ਦੇ ਰੀਅਲੀ ਹੈਵ ਟੂ ਕੰਸੀਡਰ ਕਿ ਉਹਨਾਂ ਕੋਲ ਆਪਸ਼ਨਸ ਕੀ ਹੈਗੀਆਂ, ਕਿਸ ਤਰ੍ਹਾਂ ਆਪਸ਼ਨਸ ਵਰਕ ਹੋ ਸਕਦੀਆਂ ਹੈਗੀਆਂ। ਐਂਡ ਨਾਲ ਦੀ ਨਾਲ ਤਰਨ ਇੱਕ ਹੋਰ ਚੀਜ਼ ਹੈਗੀ ਐਡਵਾਂਸਡ ਡਾਟਾ ਐਨਾਲਿਟਿਕਸ, ਉਹਨੂੰ ਯੂਜ਼ ਕਰਨ ਬਾਰੇ ਗੱਲ ਹੋ ਰਹੀ ਹੈਗੀ ਐਂਡ ਐਡਵਾਂਸਡ ਡਾਟਾ ਐਨਾਲਿਟਿਕਸ ਪਹਿਲੇ ਵੀ ਯੂਜ਼ ਹੋ ਰਿਹਾ ਹੈਗਾ, ਹਾਲੇ ਵੀ ਯੂਜ਼ ਹੋ ਰਿਹਾ ਹੈਗਾ। ਐਂਡ ਜਿਸ ਤਰ੍ਹਾਂ ਪਹਿਲੇ ਕਿਹਾ ਜਾ ਰਿਹਾ ਸੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਹੈਗੀ ਉਹੀ ਡਿਸੀਜਨ ਮੇਕ ਕਰ ਰਹੀ ਹੈਗੀ ਹੈ। ਸੋ ਉਹ IRCC ਨੇ ਕਲੀਅਰ ਕੀਤਾ ਹੈਗਾ, ਸਟੇਟਮੈਂਟਸ ਆਈਆਂ ਹੈਗੀਆਂ ਕਿ ਉਹ ਸਿਰਫ ਅਸਿਸਟ ਕਰ ਰਹੇ ਨੇ ਆਫਿਸਰਸ ਨੂੰ ਫੈਕਟਸ ਹਾਈਲਾਈਟ ਕਰਨ ਵਾਸਤੇ। They are not the ones, artificial intelligence या advanced data analytics is not making any decision on the file. ਜਿਹੜਾ ਡਿਸੀਜਨ ਹੈਗਾ ਲਾਸਟ ਡਿਸੀਜਨ ਉਹ ਆਫੀਸਰ ਵੱਲੋਂ ਹੀ ਲਿੱਤਾ ਜਾ ਰਿਹਾ ਹੈਗਾ ਜੀ। ਸਰ ਜਿਹੜੀਆਂ ਐਪਲੀਕੇਸ਼ਨਸ ਦੀ ਜਿਵੇਂ ਗੱਲ ਕਰੇ, ਮੈਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਵੀ ਆਉਂਗੀ, ਪਰ ਮੈਂ ਆਪਣੇ ਦਰਸ਼ਕਾਂ ਦੇ ਵੱਲੋਂ ਇਹ ਕੁਐਸਚਨ ਜ਼ਰੂਰ ਪੁੱਟ ਕਰਨਾ ਚਾਹੂੰਗੀ ਕਿਉਂਕਿ ਜਦੋਂ ਗੱਲ ਹੁੰਦੀ ਹੈ ਕਿ ਐਪਲੀਕੇਸ਼ਨਸ ਨੂੰ ਅਸੀਂ ਪ੍ਰੋਸੈਸ ਕਰ ਰਹੇ ਹਾਂ, ਸੋ ਇਹਦੇ ਵਿੱਚ ਕਿਹੜੀਆਂ ਐਪਲੀਕੇਸ਼ਨਸ ਪ੍ਰੋਸੈਸ ਕੀਤੀਆਂ ਜਾਣਗੀਆਂ ਪਹਿਲ ਦੇ ਆਧਾਰ ਦੇ ਉੱਤੇ, ਜਿਹੜੀਆਂ ਇਨਸਾਈਡ ਕੈਨੇਡਾ ਨੇ ਜਾਂ ਜਿਹੜੀਆਂ ਕੈਨੇਡਾ ਤੋਂ ਬਾਹਰ ਨੇ ਉਹਨਾਂ ਉੱਤੇ ਵੀ ਵਿਚਾਰ ਕੀਤਾ ਜਾਏਗਾ। ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਸਤਵੰਤ ਬੋਲਦੀ ਪਈ ਹਾਂ ਬ੍ਰੈਂਟਫੋਰਡ ਤੋਂ। ਹਾਂਜੀ, ਮੇਰੀ ਹੈ ਕਿ ਮੇਰੀ ਸੈਕਿੰਡ ਮੈਰਿਜ ਆ ਤੇ ਮੈਂ 2019 ਚ ਜੁਲਾਈ ਚ ਅਪਲਾਈ ਕੀਤਾ ਸੀ ਤੇ ਹੁਣ 22 ਆ ਗਿਆ ਤੇ ਸਟਿਲ ਮੇਰੇ ਹਸਬੈਂਡ ਤੇ ਅਜੇ ਤੱਕ ਕੋਈ ਕੁਝ ਨਹੀਂ ਆਇਆ ਹੈਗਾ। ਤੇ ਜਿਸ ਸਟਾਰਟਿੰਗ ਚ ਜਿਹੜਾ ਬਾਇਓਮੈਟ੍ਰਿਕ ਤੇ ਮੈਡੀਕਲ ਵਗੈਰਾ ਹੋਇਆ ਸੀ ਉਸ ਤੋਂ ਬਾਅਦ ਕੁਝ ਨਹੀਂ ਆਇਆ। ਬਟ 1 ਵੀਕ ਪਹਿਲੇ ਇਹਨਾਂ ਦਾ ਮੈਡੀਕਲ ਆਇਆ ਬਸ ਹੁਣ 2 ਸਾਲ ਬਾਅਦ 2-2.5 ਸਾਲ ਬਾਅਦ ਤੇ ਉਹ ਉੱਥੇ ਨੇ ਤੇ ਮੈਂ ਇੱਥੇ ਇਕੱਲੀ ਬੱਚਿਆਂ ਦੇ ਨਾਲ ਬੜੀ ਅਪਸੈਟ ਹੈਗੀ ਆ ਤੇ ਸਾਡੇ ਕੇਸ ਦਾ ਕੀ ਬਣੂਗਾ ਤੇ ਕਿਦੋਂ ਤੱਕ ਉਹਨਾਂ ਦਾ ਹੋਏਗਾ? ਸਰ ਕੁਝ ਪੁੱਛਣਾ ਹੈ ਆਨਸਰ ਜੀ? ਟੀਵੀ ਸਕਰੀਨ ਤੇ ਤੁਸੀਂ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤੀ ਹੈ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ?
ਸਤਿ ਸ਼੍ਰੀ ਅਕਾਲ ਜੀ, ਮੈਂ ਡੈਲਟਾ ਤੋਂ ਬੋਲਦੀ ਗੁਰਬਿੰਦਰ ਬਾਹਲਾ। ਹਾਂਜੀ ਹਾਂਜੀ, ਮੈਂ ਫਾਈਲ ਲਾਈ ਸੀ ਐਗਰੀ ਫੂਡ ਪਾਇਲਟ ਦੇ ਵਿੱਚ ਪ੍ਰੋਗਰਾਮ ਦੇ ਵਿੱਚ 20 ਮਈ 2020 ਦੀ ਮੇਰੀ ਫਾਈਲ ਲੱਗੀ ਹੋਈ ਹੈ। ਹਾਂਜੀ, ਅਜੇ ਤੱਕ ਮੈਨੂੰ ਕੋਈ ਰਿਜ਼ਲਟ ਨਹੀਂ ਆਇਆ। ਮੈਡੀਕਲ, ਫਿੰਗਰਪ੍ਰਿੰਟ, ਬਾਕੀ ਸਾਰਾ ਕੁਝ ਹੋ ਗਿਆ। ਨਵੰਬਰ 'ਚ ਮੈਡੀਕਲ ਵੀ ਡਨ ਹੋ ਗਿਆ। ਮੈਂ 4 ਸਾਲ ਤੋਂ ਆਪਣੇ ਬੱਚੇ ਨਹੀਂ ਦੇਖੇ। ਹਾਂਜੀ, ਮੈਂ ਬਹੁਤ ਪਰੇਸ਼ਾਨ ਹਾਂ। ਹਾਂਜੀ, ਤੁਸੀਂ ਮੇਰਾ ਆਨਸਰ ਦੇ ਦਿਓ ਪਲੀਜ਼। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤੀ ਆਪਣਾ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਬ੍ਰੈਂਡਫੋਰਡ ਤੋਂ ਪਹਿਲਾਂ ਜਿਨ੍ਹਾਂ ਦੀ ਕਾਲ ਆਈ ਸੀ, ਸੈਕੰਡ ਮੈਰਿਜ ਸੀ, ਉਹਨਾਂ ਦੀ ਗੱਲ ਕਰ ਰਹੇ ਨੇ ਕਿ ਹਸਬੈਂਡ ਦਾ ਅਜੇ ਤੱਕ ਕੋਈ ਪਤਾ ਨਹੀਂ ਹੈਗਾ ਕਦੋਂ ਤੱਕ ਬਣੇਗਾ। ਸੋ 2019 ਦਾ ਅਪਲਾਈ ਕੀਤਾ ਹੋਇਆ। ਓਕੇ, ਸਭ ਤੋਂ ਪਹਿਲਾਂ ਤਾਂ ਸਪਾਊਜ਼ਲ ਐਪਲੀਕੇਸ਼ਨ ਦੇ ਵਿੱਚ ਅਸੀਂ ਦੇਖਿਆ ਜੀ ਕਿ ਐਪਲੀਕੇਸ਼ਨ 1 ਸਾਲ ਦੇ ਅੰਦਰ ਅੰਦਰ ਹੁਣ ਪ੍ਰੋਸੈਸ ਹੋ ਰਹੀਆਂ ਹੈਗੀਆਂ ਐਂਡ ਕੁਝ ਇੱਕ ਐਪਲੀਕੇਸ਼ਨ ਤੇ ਅਸੀਂ ਇਸ ਤਰ੍ਹਾਂ ਵੀ ਦੇਖੀਆਂ ਜਿਹੜੀਆਂ 7-8 8 ਮਹੀਨਿਆਂ ਦੇ ਵਿੱਚ ਵੀ ਪਾਸਪੋਰਟ ਰਿਕੁਐਸਟ ਆ ਗਿਆ ਹੈਗਾ। ਸੋ ਪ੍ਰੋਬਬਲੀ ਤੁਹਾਡੇ ਸੈਕੰਡ ਮੈਰਿਜ ਹੋਣ ਕਰਕੇ ਆਫਿਸਰ ਦਾ ਕੋਈ ਕੰਸਰਨ ਹੋ ਸਕਦਾ ਰਿਲੇਸ਼ਨਸ਼ਿਪ ਜਾਂ ਪ੍ਰੀਵੀਅਸ ਮੈਰਿਜ ਨੂੰ ਲੈ ਕੇ। ਦੈਟ ਮਾਈਟ ਬੀ ਦ ਵਨ ਫੈਕਟਰ ਕਿ ਜਿੰਨੇ ਤੁਹਾਡੀ ਐਪਲੀਕੇਸ਼ਨ ਡਿਲੇ ਕੀਤੀ। ਅਦਰ ਦੈਨ ਦੈਟ ਖਾਸ ਕਰ ਸਪਾਊਜ਼ਲ ਐਪਲੀਕੇਸ਼ਨ ਇੱਕ ਇਹੋ ਜਿਹੀ ਕੈਟੇਗਰੀ ਹੈਗੀ ਹੈ ਫੈਮਿਲੀ ਰੀਯੂਨੀਫਿਕੇਸ਼ਨ ਦੇ ਵਿੱਚ ਜਿਹਦੇ ਵਿੱਚ ਜਿਹੜਾ ਪ੍ਰੋਸੈਸਿੰਗ ਟਾਈਮ ਹੈਗਾ ਇਟ ਇਜ਼ ਆਲਮੋਸਟ ਬੈਕ ਟੂ ਨਾਰਮਲ। 1 ਸਾਲ ਦੇ ਅੰਦਰ ਅੰਦਰ ਵਿਦ ਇਨ ਕੈਨੇਡਾ ਜਾਂ ਆਊਟਸਾਈਡ ਐਪਲੀਕੇਸ਼ਨਸ ਪ੍ਰੋਸੈਸ ਹੋ ਰਹੀਆਂ ਹੈਗੀਆਂ ਜੀ। ਨੈਕਸਟ ਡੈਲਟਾ ਤੋਂ ਜਿਨ੍ਹਾਂ ਨੇ ਐਗਰੀ ਫੂਡ ਪਾਇਲਟ ਦੇ ਵਿੱਚ ਆਪਣੀ ਫਾਈਲ ਲਗਾਈ ਹੋਈ ਹੈ 20 ਮਈ 2020 ਦੀ ਲੱਗੀ ਹੋਈ ਹੈ ਤੇ ਅਜੇ ਤੱਕ ਕੋਈ ਰਿਜ਼ਲਟ ਨਹੀਂ ਆਇਆ। ਤਰਨ, ਇਸ ਕੁਐਸਚਨ ਤੋਂ ਜਾਣ ਤੋਂ ਪਹਿਲਾਂ ਅਸੀਂ ਪਹਿਲੇ ਜ਼ਰੂਰ ਕਹਿਣਾ ਚਾਹੂੰਗਾ ਹੁਣ ਤੁਹਾਡੀ ਫਾਈਲ ਵੈਸੇ ਬੜੀ ਕਲੋਜ਼ ਹੋਣੀ ਚਾਹੀਦੀ ਹੈ ਵੀਜ਼ਾ ਲੱਗਣ ਤੋਂ, ਬਟ ਇਨ ਕੇਸ ਕੋਈ ਇਹੋ ਜਿਹਾ ਕਿਸੇ ਹੋਰ ਐਪਲੀਕੈਂਟ ਦਾ ਸਰਕਮਸਟੈਂਸਸ ਹੈਗੇ ਨੇ ਕਿ ਫਾਈਲ ਲੱਗੇ ਹੋਏ ਬਹੁਤ ਚਿਰ ਹੋ ਗਿਆ ਤੇ ਤੁਹਾਡੇ ਸਪਾਊਸ ਦਾ ਤੁਸੀਂ ਵਿਜ਼ਿਟ ਵੀਜ਼ਾ ਜ਼ਰੂਰ ਲੈ ਸਕਦੇ ਹੋ ਤਾਂ ਕਿ ਤੁਹਾਡੇ ਬੱਚਿਆਂ ਦੇ ਕੋਲ ਤੁਹਾਡੇ ਕੋਲ ਆ ਕੇ ਇਸ ਟਰਾਈਂਗ ਸਰਕਮਸਟੈਂਸਸ ਦੇ ਵਿੱਚ ਤੁਹਾਡੇ ਸਪਾਊਸ ਤੁਹਾਡੇ ਨਾਲ ਇਸ ਹਾਲਾਤ ਦੇ ਵਿੱਚ ਤੁਹਾਡੇ ਨਾਲ ਹੁੰਦੇ। ਹਾਂ, ਹੁਣ ਵਾਪਸ ਆ ਗਏ ਜੀ ਅਸੀਂ ਦੂਸਰੇ ਕੁਐਸਚਨ ਤੇ। ਦਾ ਐਗਰੀ ਫੂਡ ਪਾਇਲਟ ਵਾਲਿਆਂ ਦਾ ਜੀ ਬਿਲਕੁਲ, ਜੇ ਨਵੰਬਰ ਦੇ ਵਿੱਚ ਤੁਹਾਡਾ ਮੈਡੀਕਲ ਆ ਗਿਆ ਤੇ ਆਲਮੋਸਟ ਸੋ ਤੁਹਾਡੀ ਐਪਲੀਕੇਸ਼ਨ ਵੀ 1,47,000 ਐਪਲੀਕੇਸ਼ਨ ਦੇ ਵਿੱਚ ਹੋ ਸਕਦੀਆਂ ਜਿਹੜੀਆਂ ਅਗਲੇ 3 ਮਹੀਨਿਆਂ ਦੇ ਵਿੱਚ ਹੋਪਫੁਲੀ ਰਿਜ਼ੋਲਵ ਹੋ ਜਾਣਗੀਆਂ ਫਸਟ ਕੁਆਟਰ ਦੇ ਵਿੱਚ। ਸੋ ਦੈਟ ਇਜ਼ ਦ ਰੀਜ਼ਨ ਕਿ ਆਫਿਸਰ ਨੇ ਸਾਡੇ ਇਮੀਗ੍ਰੇਸ਼ਨ ਮਿਸਟਰ ਸਿੰਘ ਫਰੇਜ਼ਰ ਸਾਹਿਬ ਨੇ ਇੰਨੀ ਵੱਡੀਆਂ ਸਟੇਟਮੈਂਟਸ ਦਿੱਤੀਆਂ ਕਿ ਆਈ ਵਾਂਟ ਟੂ ਰਿਜ਼ੋਲਵ ਬੈਕਲੌਗ ਬਿਫੋਰ ਵੀ ਪ੍ਰੋਸੀਡ ਔਨ ਟੂ ਦ ਨਿਊ ਐਪਲੀਕੇਸ਼ਨਸ। ਬਿਲਕੁਲ ਸਰ, ਆਪਾਂ ਵਾਪਸ ਆਈ ਆਪਣੇ ਟੌਪਿਕ ਦੇ ਉੱਤੇ ਗੱਲ ਕਰ ਰਹੇ ਸੀ ਕਿਹੜੀਆਂ ਐਪਲੀਕੇਸ਼ਨਸ ਨੂੰ ਤਰਜੀਹ ਦਿੱਤੀ ਜਾਏਗੀ ਜਿਹੜੀਆਂ ਕੈਨੇਡਾ ਦੇ ਵਿੱਚ ਨੇ ਜਾਂ ਕੈਨੇਡਾ ਤੋਂ ਜਿਹੜੀਆਂ ਬਾਹਰ ਲੱਗੀਆਂ ਹੋਈਆਂ ਨੇ। ਤਰ੍ਹਾਂ ਹੁਣ ਜਿਸ ਤਰ੍ਹਾਂ ਸਪਾਊਜ਼ਲ ਐਪਲੀਕੇਸ਼ਨਸ ਹੈਗੀਆਂ ਇਹ ਪਹਿਲੇ ਹੀ ਤਰਜੀਹ ਦੇ ਉੱਤੇ ਹੈਗੀਆਂ, ਪਹਿਲੇ ਹੀ ਪ੍ਰਾਇੋਰਟੀ ਦੇ ਉੱਤੇ ਹੈਗੀਆਂ ਬਿਕੋਜ਼ ਫੈਮਿਲੀ ਰੀਯੂਨੀਫਿਕੇਸ਼ਨ ਦੇ ਉੱਤੇ ਲਾਸਟ ਜਿਹੜੇ ਇਮੀਗ੍ਰੇਸ਼ਨ ਮਿਸਟਰ ਮਾਰਕੋ ਮੈਂਡੀਚੀਨੋ ਸੀਗੇ ਉਹਨਾਂ ਨੇ ਹੀ ਸਟੇਟਮੈਂਟ ਦੇ ਦਿੱਤੀ ਸੀਗੀ ਕਿ ਆਈ ਐਮ ਡਿਪਿਊਟਿੰਗ ਐਕਸਟਰਾ ਰਿਸੋਰਸਸ ਤਾਂ ਕਿ ਜਿਹੜਾ ਬੈਕਲੌਗ ਹੈਗਾ ਉਹ ਸਾਰਾ ਫੈਮਿਲੀ ਕਲਾਸ ਦਾ ਰਿਜ਼ੋਲਵ ਹੋ ਜਾਵੇ ਸਪਾਊਜ਼ਲ ਐਪਲੀਕੇਸ਼ਨ ਦਾ ਖਾਸ ਕਰ। ਸੋ ਉਹ ਐਪਲੀਕੇਸ਼ਨਸ ਦੇ ਉੱਤੇ ਤਾਂ ਵੀ ਹੈਵ ਸੀਨ ਕਿ ਬੜੀ ਫਸਟ ਕਲਾਸ ਤਰੀਕੇ ਦੇ ਨਾਲ ਸੈਕੰਡ ਕੁਆਟਰ, ਥਰਡ ਕੁਆਟਰ ਤੇ ਫੋਰਥ ਕੁਆਟਰ ਦੇ ਵਿੱਚ ਕੰਮ ਹੋਇਆ ਐਂਡ ਬੜੀ ਵੱਡੀ ਮੂਵਮੈਂਟ ਦੇ ਤਹਿਤ ਕੰਮ ਕੀਤਾ ਗਿਆ ਐਂਡ ਬੜੇ ਫਸਟ ਕਲਾਸ ਵੀਜ਼ੇ ਗ੍ਰਾਂਟ ਕੀਤੇ ਗਏ ਨੇ। ਐਂਡ ਹੁਣ ਦੀ ਗੱਲ ਕਰੀਏ ਕਿ ਜਿਹੜੀਆਂ ਅਗਲੀਆਂ ਐਪਲੀਕੇਸ਼ਨਸ ਹੈਗੀਆਂ ਸਾਰੀਆਂ ਐਪਲੀਕੇਸ਼ਨਸ ਰਿਜ਼ੋਲਵ ਕਰਨਾ ਚਾਹੁੰਦਾ ਹੈਗਾ ਐਂਡ ਐਸੇ ਕਰਕੇ ਜਿਹੜਾ ਅਸੀਂ ਐਡਵਾਂਸਡ ਸਿਸਟਮ ਦੀ ਗੱਲ ਕਰ ਰਹੇ ਹਾਂ ਜਿਹੜੇ ਟੈਂਪਰੇਰੀ ਐਪਲੀਕੇਸ਼ਨਸ ਹੈਗੀਆਂ ਖਾਸ ਕਰ ਵਿਜ਼ਿਟ ਵੀਜ਼ਾ ਦੀਆਂ ਹੋ ਗਈਆਂ, ਵਰਕ ਪਰਮਿਟ ਦੀਆਂ ਹੋ ਗਈਆਂ, ਡਿਪੈਂਡੈਂਟ ਵਰਕ ਪਰਮਿਟ ਦੀ ਉਹ ਐਪਲੀਕੇਸ਼ਨ ਸਾਰੀਆਂ ਐਡਵਾਂਸਡ ਡਾਟਾ ਐਨਾਲਿਟਿਕਸ ਦੀ ਹੈਲਪ ਦੇ ਨਾਲ ਪ੍ਰੋਸੈਸ ਕੀਤੀਆਂ ਜਾ ਰਹੀਆਂ। ਜੀ ਗੱਲ ਕਰਾਂਗੇ, ਇੱਕ ਦਰਸ਼ਕ ਹੋਰ ਜੁੜ ਗਏ ਨੇ ਸਾਡੇ ਨਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ, ਸਤਿ ਸ਼੍ਰੀ ਅਕਾਲ ਸਰ ਜੀ, ਮੈਂ ਬਰਮਟਨ ਤੋਂ ਬੋਲਦੀ ਹਾਂ। ਹਾਂਜੀ, ਤੇ ਅਸੀਂ ਮੰਮੀ ਦਾ ਅਪਲਾਈ ਕੀਤਾ ਹੋਇਆ ਜਿੱਦਾਂ ਅਮਰੀਕਾ ਆ ਮੰਮੀ ਇੱਥੇ ਦਾ ਕੀਤਾ ਹੋਇਆ ਉੱਥੇ ਦੇ ਗ੍ਰੀਨ ਕਾਰਡ ਹੋਲਡਰ ਆ। ਮਾਰਚ ਦੇ ਵਿੱਚ ਕੀਤਾ ਜਿੱਦਾਂ ਸਾਲ ਹੋ ਚੱਲਾ ਹੈ ਤੇ ਕੁਝ ਨਹੀਂ ਹੋਇਆ ਉਹਨਾਂ ਦਾ ਹਜੇ ਤੱਕ। ਕਿਸ ਬੇਸ ਤੇ ਅਪਲਾਈ ਕੀਤਾ ਹੋਇਆ ਜੀ ਉਹਨਾਂ ਦਾ? ਆਪਣੇ ਜਿੱਦਾਂ ਪੇਰੈਂਟਸ ਦੇ ਤੇ ਪਿਕ ਹੋ ਗਈ ਸੀ ਐਪਲੀਕੇਸ਼ਨ ਉਹਨਾਂ ਦੀ? ਹਾਂਜੀ, ਪ੍ਰੂਫ ਹੋ ਗਈ ਜੀ, ਅਪਰੂਵ ਹੋ ਚੁੱਕੀ ਹੈ ਜੀ, ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀ। ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ, ਤੁਸੀਂ ਕਾਲ ਕੀਤੀ ਹੈ ਪ੍ਰੋਗਰਾਮ ਦੇ ਵਿੱਚ। ਓਕੇ ਜੀ ਸਰ। ਤਰ੍ਹਾਂ ਜਿਹੜੀ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਦੀਆਂ ਐਪਲੀਕੇਸ਼ਨਸ ਹੈਗੀਆਂ ਬਿਕੋਜ਼ ਇਹੀ ਸੋਚਿਆ ਜਾ ਰਿਹਾ ਸੀਗਾ ਕਿ ਸਾਰੇ ਪੇਰੈਂਟਸ ਕੈਨੇਡਾ ਤੋਂ ਬਾਹਰ ਹੈਗੇ ਨੇ ਸੋ ਐਸੇ ਕਰਕੇ ਉਸ ਨੂੰ ਉਸ ਪ੍ਰਾਇੋਰਟੀ ਦੇ ਨਾਲ ਮੂਵਮੈਂਟ ਨਹੀਂ ਹੋਈ। ਇਸੇ ਤਰ੍ਹਾਂ ਤੁਹਾਨੂੰ ਯਾਦ ਹੋਵੇਗਾ ਜਿਹੜੇ ਈਵਨ ਸੀਈਸੀ ਦੇ ਐਪਲੀਕੈਂਟ ਸੀਗੇ ਜਿਨ੍ਹਾਂ ਦਾ ਸਪਾਊਸ ਇੰਡੀਆ ਬੈਠੇ ਹੋਏ ਸੀ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਸੀਗੇ ਉਹਨਾਂ ਦੀ ਵੀ ਐਪਲੀਕੇਸ਼ਨ ਉਸ ਪ੍ਰਾਇੋਰਟੀ ਦੇ ਨਾਲ ਜਿਹੜੇ ਐਪਲੀਕੈਂਟ ਵਿਦ ਇਨ ਕੈਨੇਡਾ ਸੀਗੇ। ਸੋ 2021 ਵਾਸ 1 ਈਅਰ ਜਦ ਸਾਰੀਆਂ ਰਿਸਟ੍ਰਿਕਸ਼ਨਸ ਸੀਗੀਆਂ ਐਂਡ ਵਿਦ ਇਨ ਕੈਨੇਡਾ ਐਪਲੀਕੈਂਟਸ ਦੇ ਉੱਤੇ ਹੀ ਫੋਕਸ ਕੀਤਾ ਜਾ ਰਿਹਾ ਸੀਗਾ। ਸੋ ਹੋਪਫੁਲੀ ਜੀ ਹੁਣ ਫਸਟ ਕੁਆਟਰ ਤੋਂ ਬਾਅਦ ਅਸੀਂ ਕਾਫੀ ਸਾਰੀ ਮੂਵਮੈਂਟ ਦੇਖਾਂਗੇ ਐਂਡ ਇਸ ਟਾਈਮ ਤੇ ਵੀ ਐਕਸਪੈਕਟਡ ਇਹੀ ਹੈਗਾ ਕਿ ਕਾਫੀ ਸਾਰੀ ਫਾਈਲਾਂ ਜਿਹੜੀਆਂ ਲੱਗੀਆਂ ਹੋਈਆਂ ਕਿਊ ਦੇ ਵਿੱਚ ਉਹ ਜਲਦੀਆਂ ਪ੍ਰੋਸੈਸ ਹੋਣਗੀਆਂ। ਹਾਂ,
एक होर चीज़ इमीग्रेशन मिनिस्टर साहब ने कही है कि 20 यू हैव टू गिव अस टाइम बिकॉज बैकलॉग जो इन्ना बिल्डअप हो चुका 1.8 मिलियन एप्लीकेशन का एक्स्ट्रा रिसोर्सिज लगा के एक्स्ट्रा मैन पावर लगा के एक्स्ट्रा फाइनैंशियल रिसोर्सिज इनपुट करके तां भी इट विल टेक टाइम फॉर द बैकलॉग टू एक्चुअली क्लीयर अप सो जो 1.8 मिलियन एप्लीकेशन का बैकलॉग है बाय द एंड ऑफ दिस ईयर ओनली ही रिजॉल्व होएगा उस तो पहला रिजॉल्व होने के चांसेस घट है बिल्कुल सर वैसे भी एक रिपोर्ट आई है कि अजे भी बहुत ਸਾਰੇ ਲੋਕ ਨੇ ਇੰਟਰਸਟਿਡ ਨੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਤੇ ਜੇ ਗੱਲ ਕਰੀਏ ਕਿ ਤੁਸੀਂ ਕਿਹਾ ਕਿ ਅਜੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਸਮਾਂ ਅਸੀਂ ਦੇਖ ਸਕਦੇ ਹਾਂ ਕਿ ਕੋਈ ਵੀ ਡਰਾ ਨਹੀਂ ਨਿਕਲਣਗੇ ਫੈਡਰਲ ਐਕਸਪ੍ਰੈਸ ਦੇ ਜਾਂ ਸੀਈਸੀ ਦੇ ਸੋ ਜੇ ਇਹਦੇ ਵਿੱਚ 4,11,000 ਦਾ ਵੀ ਬੈਕਲੌਗ ਜਿਹੜਾ ਉਹ ਪੂਰਾ ਕਰਨਾ ਜਿਹੜਾ ਟੀਚਾ ਇਸ ਵਾਰ ਰੱਖਿਆ ਗਿਆ ਤਾਂ ਫਿਰ ਇਹਨੂੰ ਪੂਰਾ ਕਿੱਦਾਂ ਕੀਤਾ ਜਾਏਗਾ ਤਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਐਪਲੀਕੈਂਟਸ ਹੈਗੇ ਨੇ ਜਿਹੜੇ 400 ਸਵਾ 400 ਜਾਂ 400 ਤੋਂ ਥੱਲੇ ਸਕੋਰ ਦੇ ਉੱਤੇ ਬੈਠੇ ਹੋਏ ਨੇ ਦੇ ਹੈਵ ਟੂ ਥਿੰਕ ਕਿ ਸਾਨੂੰ ਅਸੀਂ ਬੈਸਟ ਦੇ ਵਿੱਚ ਕਿਸ ਤਰ੍ਹਾਂ ਆ ਸਕਦੇ ਹਾਂ ਅਸੀਂ ਆਪਣਾ ਸਕੋਰ ਕਿਸ ਤਰ੍ਹਾਂ ਇੰਪਰੂਵ ਕਰ ਸਕਦੇ ਹਾਂ ਜੌਬ ਆਫਰ ਤੁਹਾਨੂੰ ਹੈਲਪ ਕਰ ਸਕਦੀ ਹੈ ਸਾਡੇ ਆਈਲੈਟ ਦਾ ਸਕੋਰਿੰਗ ਸਾਨੂੰ ਹੈਲਪ ਕਰ ਸਕਦੀ ਹੈ ਜੇ ਅਸੀਂ ਰੀਟਰਾਈ ਕਰੀਏ ਤੇ ਉਹ ਸਾਰੀਆਂ ਓਪਰਚੁਨਿਟੀਜ਼ ਦੇ ਉੱਤੇ ਐਪਲੀਕੈਂਟ ਨੂੰ ਆਪ ਅਸੈਸਮੈਂਟ ਕਰਨੀ ਪਏਗੀ ਐਂਡ ਜਿਹੜੇ ਕੰਸਲਟੈਂਟ ਜਿਹੜੇ ਲਾਇਰ ਦੀ ਤੁਸੀਂ ਸਲਾਹ ਲੈ ਕੇ ਆਪਣੀ ਕੇਸਿਸ ਪੁੱਟ ਅਪ ਕੀਤੇ ਉਹਨਾਂ ਦੀ ਐਪਲੀਕੇਸ਼ਨ ਉਹਨਾਂ ਦੀ ਸੁਜੈਸ਼ਨ ਲਓ ਕਿ ਕਿਸ ਤਰ੍ਹਾਂ ਹੋ ਸਕਦਾ ਜੇ ਤੁਸੀਂ ਆਈਸੀਸੀ ਤੇ ਕਾਲ ਕਰ ਸਕਦੇ ਹੋ ਜੇ ਜੌਬ ਆਫਰ ਤੁਹਾਨੂੰ ਮਿਲਦੀ ਉਹ ਡੈਫੀਨੇਟਲੀ ਇੱਕ ਬੜਾ ਵੱਡਾ ਐਡਵਾਂਟੇਜ ਹੋ ਸਕਦਾ ਬਿਕੋਜ਼ ਜੇ 2 ਲੱਖ ਐਪਲੀਕੈਂਟਸ ਲੱਗੀਆਂ ਹੋਈਆਂ ਇਸ ਟਾਈਮ ਤੇ ਤੁਹਾਡੀ ਐਪਲੀਕੇਸ਼ਨ 350 ਦੇ ਉੱਤੇ ਹੈਗੀ ਹੈ 400 ਦੇ ਉੱਤੇ ਉਹ ਵਾਰੀ ਕਿਸ ਤਰ੍ਹਾਂ ਆਏਗੀ ਉਹ ਤੇ ਆਣੀ ਨਹੀਂ ਹੈਗੀ 2022 ਦੇ ਵਿੱਚ ਸੋ ਪ੍ਰੈਕਟੀਕਲ ਹੋ ਕੇ ਸੋਚੋ ਸਿਰਫ ਝੂਠੇ ਸੁਪਨੇ ਜਾਂ ਜਿਹੜੇ ਤੁਹਾਨੂੰ ਕੋਈ ਕਹਿੰਦੇ ਨਾ ਕੈਂਡੀ ਦਿੱਤੀ ਜਾਂਦੀ ਹੈ ਉਹਨੂੰ ਨਾ ਦੇਖੋ ਐਕਚੁਅਲ ਪ੍ਰੈਕਟੀਕਲੀ ਹੋ ਕੇ ਆਪਣੇ ਕੰਸਲਟੈਂਟ ਨੂੰ ਪੁੱਛੋ ਕਿ ਕਿੱਥੇ ਮੈਂ ਸਟੈਂਡ ਕਰਦਾ ਮੇਰੀ ਆਪਸ਼ਨਸ ਹੈਗੀਆਂ ਜਾਂ ਨਹੀਂ ਹੈਗੀਆਂ ਜੇ ਤੁਹਾਨੂੰ ਐਕਚੁਅਲ 'ਚ ਲੱਗਦਾ ਹੈ ਕਿ ਇੱਥੇ ਤੁਸੀਂ ਹੈਗੇ ਹੋ ਪ੍ਰੈਕਟੀਕਲੀ ਸੋਚ ਕੇ ਜਾਂ ਪ੍ਰੈਕਟੀਕਲੀ ਦੇਖ ਕੇ ਤੇ ਫਿਰ ਵਰਕ ਜੌਬ ਆਫਰ ਦੇ ਉੱਤੇ ਕੰਮ ਕਰੋ ਪੀਐਨਪੀਸ ਦੇ ਉੱਤੇ ਕੰਮ ਕਰੋ ਜੇ ਕੋਈ ਬਿਜ਼ਨਸਮੈਨ ਹੈਗਾ ਤੇ ਉਹ ਸਟਾਰਟਅਪ ਦੇ ਉੱਤੇ ਗੱਲ ਕਰੇ ਇੰਟਰਾ ਕੰਪਨੀ ਟ੍ਰਾਂਸਫਰੀ ਦੇ ਉੱਤੇ ਗੱਲ ਕਰੇ ਬਿਕੋਜ਼ ਇੱਕ ਤਾਂ ਤੁਹਾਨੂੰ ਜੌਬ ਆਫਰ ਦੀ ਐਡਵਾਂਟੇਜ ਕੀ ਹੈਗੀ ਇੱਕ ਤਾਂ ਤੁਸੀਂ ਕੈਨੇਡਾ ਆ ਜਾਓਗੇ ਵਰਕ ਪਰਮਿਟ ਤੇ ਕੰਮ ਕਰਨਾ ਸ਼ੁਰੂ ਕਰ ਦਿਓਗੇ ਨਾਲ ਦੀ ਨਾਲ ਤੁਹਾਨੂੰ ਜੌਬ ਆਫਰ ਦੇ ਪੁਆਇੰਟ ਦੇ ਨਾਲ ਕੈਨੇਡੀਅਨ ਐਕਸਪੀਰੀਅੰਸ ਦੇ ਪੁਆਇੰਟ ਵੀ ਐਡ ਹੋਣੇ ਸ਼ੁਰੂ ਹੋ ਜਾਣਗੇ ਸੋ ਹੋ ਸਕਦਾ ਐਸੇ ਸਾਲ ਦੇ ਵਿੱਚ ਕੋਈ TR ਟੂ PR ਵਰਗਾ ਕੋਈ ਹੋਰ ਪ੍ਰੋਗਰਾਮ ਆਵੇ ਅਸੈਂਸ਼ੀਅਲ ਨਾਨ ਅਸੈਂਸ਼ੀਅਲ ਤੁਹਾਡਾ ਆਕੂਪੇਸ਼ਨ ਉਹਦੇ ਵਿੱਚ ਆ ਜਾਏ ਜਾਂ ਓਨਟਾਰੀਓ PNP ਜਾਂ ਕਿਸੇ ਵੀ ਪ੍ਰੋਵਿੰਸ ਦੀ PNP ਤੁਹਾਨੂੰ ਪਿਕ ਕਰ ਲਵੇ ਸੋ ਓਪਰਚੁਨਿਟੀਜ਼ ਕਾਫੀ ਸਾਰੀਆਂ ਹੈਗੀਆਂ ਓਨਲੀ ਥਿੰਗ ਇਜ਼ ਤੁਸੀਂ ਪ੍ਰੈਕਟੀਕਲ ਹੋ ਕੇ ਦੇਖਣਾ ਆ ਇਹ ਨਹੀਂ ਕਿ ਮੈਂ ਫਾਈਲ ਲਗਾਤੀ ਬਹੁਤ ਸਾਰੇ ਮੈਨੂੰ ਐਪਲੀਕੈਂਟਸ ਤਰਨ ਜੀ ਫੋਨ ਕਰਦੇ ਨੇ ਜੀ ਸਾਡਾ ਸਕੋਰ ਹੈਗਾ ਜੀ 373 ਤੇ ਘਰ ਸਾਡੀ ਵਾਰੀ ਕਦੋਂ ਆਏਗੀ ਤੁਹਾਡੀ ਵਾਰੀ ਨਹੀਂ ਆਏਗੀ ਜੀ ਜੇ ਪ੍ਰੈਕਟੀਕਲ ਹੋ ਕੇ ਤੁਸੀਂ ਮੈਨੂੰ ਸਵਾਲ ਪੁੱਛੋਗੇ ਤੁਹਾਡੀ ਵਾਰੀ ਨਹੀਂ ਆਣੀ 400 ਪੁਆਇੰਟ ਦੇ ਉੱਤੇ ਵੀ ਵਾਰੀ ਨਹੀਂ ਆਣੀ 450 ਤੇ ਵੀ ਈਵਨ 460 ਦੇ ਉੱਤੇ ਵਾਰੀ ਜਿਹੜੀ ਆਏਗੀ ਤੁਹਾਨੂੰ 10 ਵਾਰੀ ਸੋਚਣਾ ਪਏਗਾ ਕਿ ਤੁਹਾਡੀ ਐਪਲੀਕੇਸ਼ਨ ਪਿਕ ਹੋਏਗੀ 460 ਦੇ ਉੱਤੇ ਜਾਂ ਨਹੀਂ ਹੋਏਗੀ ਆਈ ਡੋਂਟ ਸੀ ਇਟ ਗੈਟਿੰਗ ਪਿਕਡ ਅਪ ਇਨ ਨੈਕਸਟ ਲਿਟਲ ਵਾਈਲ ਸੋ ਆਪਣੇ ਸਕੋਰ ਨੂੰ ਕਿਸ ਤਰ੍ਹਾਂ ਇੰਪਰੂਵ ਕਰ ਸਕਦੇ ਹੋ ਉਹਦੇ ਉੱਤੇ ਫੋਕਸ ਕਰੋ ਸੋ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਜਾਂ ਮਿਡਲ ਈਸਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੇ ਕੰਸਲਟੈਂਟਸ ਜਾਂ ਏਜੰਟਸ ਬੈਠੇ ਹੋਏ ਨੇ ਉਹ ਤੁਹਾਡਾ ਕੇਸ ਲੈਣ ਤੁਹਾਡਾ ਬਿਜ਼ਨਸ ਲੈਣ ਵਾਸਤੇ ਦੇ ਸਾਈਨ ਯੂ ਅਪ ਤਾਂ ਕਿ ਜਿੰਨਾ ਮਰਜ਼ੀ 250 ਸਕੋਰ ਦੇ ਉੱਤੇ ਵੀ ਸਾਈਨ ਹੋਏ ਹੋਏ ਅਸੀਂ ਐਪਲੀਕੈਂਟਸ ਦੇਖੇ ਨੇ ਜਦ ਕਿ ਸਾਡੇ ਨੂੰ ਕਾਲ ਕਰੋਗੇ ਅਸੀਂ ਕਹਾਂਗੇ ਕਿ ਭਾਈ ਤੁਹਾਡੇ ਵਾਸਤੇ ਓਪਰਚੁਨਿਟੀ ਐਗਜ਼ਿਸਟ ਨਹੀਂ ਕਰਦੀ ਅੱਜ ਦੀ ਤਰੀਕ ਦੇ ਵਿੱਚ ਹਾਂ ਕੋਈ ਚੰਬਾ ਹੋ ਜਾਵੇ ਤਾਂ ਯੈਸ ਤੁਹਾਡਾ ਡ੍ਰੌਪ ਪਿਕ ਹੋ ਜਾਏਗਾ ਅਦਰਵਾਈਜ਼ ਵੀ ਡੋਂਟ ਪ੍ਰੈਕਟੀਕਲੀ ਸੀ ਇਟ ਗੈਟਿੰਗ ਪਿਕਡ ਅਪ ਸੋ ਆਪਣਾ ਐਕਚੁਅਲ 'ਚ ਆਪਣੇ ਆਪ ਨੂੰ ਸਮਝੋ ਕਿ ਮੈਂ ਨੌਕਰੀ ਛੱਡ ਰਿਹਾ ਜੀ ਮੈਂ ਆਪਣਾ ਐਕਸਪੈਂਸ਼ਨ ਨਹੀਂ ਕਰਨਾ ਚਾਹੁੰਦਾ ਜੀ ਮੈਂ ਆਪਣੀ ਪ੍ਰਮੋਸ਼ਨ ਨਹੀਂ ਲੈ ਰਿਹਾ ਤੁਸੀਂ ਆਪਣੇ ਆਪ ਨੂੰ ਪਲਾਨ ਕਰਨਾ ਹੈਗਾ ਕਿ ਮੈਂ ਐਕਚੁਅਲ 'ਚ ਕੀ ਕਰਨਾ ਚਾਹੁੰਦਾ ਹੈਗਾ ਜੇ ਤੁਹਾਨੂੰ ਲੱਗਦਾ ਹੈਗਾ ਕਿ ਤੁਸੀਂ ਰੀਅਲੀ ਡੈਮ ਸੀਰੀਅਸ ਹੈਗੇ ਹੋ ਕੈਨੇਡਾ ਵਾਸਤੇ ਤੇ ਆਪਣੇ ਸਕੋਰ ਨੂੰ ਇੰਪਰੂਵਮੈਂਟ ਵਾਸਤੇ ਫੋਕਸ ਰੱਖੋ ਜੀ ਗੱਲ ਕਰਾਂਗੇ ਨੈਕਸਟ ਕਾਲਰ ਜੁੜ ਗਏ ਨੇ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਕੀ ਸਵਾਲ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਸਰੀ ਤੋਂ ਬੋਲਦੇ ਹੈਗੇ ਆ ਹਾਂਜੀ ਤੇ ਸਾਡਾ ਸਵਾਲ ਹੈਗਾ ਦਾ ਸਪਾਊਸਲ PR ਲਈ ਹਾਂਜੀ ਜਿੱਦਾਂ ਮੇਰੀ ਸਪਾਊਸ ਦੇ ਵਿੱਚ ਫੈਲ ਲੱਗੀ ਹੋਈ ਹੈਗੀ ਮੇਰੇ ਹਸਬੈਂਡ ਇੱਧਰ PR ਸਿਟੀਜ਼ਨ ਹੈਗੇ ਤੇ ਸਾਡੀ ਸੈਕੰਡ ਮੈਰਿਜ ਹੈਗੀ ਆ ਤੇ ਹਾਂਜੀ ਤੇ ਸਾਡਾ ਸਾਰਾ ਕੁਝ ਜਿੱਦਾਂ ਮੈਡੀਕਲ ਹੋ ਚੁੱਕੀ ਹੈ ਮੇਰੀ ਸੈਕੰਡ ਮੈਰਿਜ ਆ 2 ਮੇਰੇ ਬੇਬੀ ਹੈਗੇ ਡਾਕਟਰ ਮੇਰੀ ਇੰਡੀਆ ਹੈਗੀ ਆ ਤੇ ਬੇਟਾ ਮੇਰਾ ਇੱਥੇ ਹੈਗਾ ਰਾਈਟ ਓਕੇ ਹਾਂਜੀ ਸਾਡਾ ਮੈਡੀਕਲ ਹੋ ਗਿਆ ਤੇ ਸਿਰਫ ਬੇਟੀ ਜੋ ਇੰਡੀਆ ਹੈਗੀ ਉਹਦੀ ਬਾਇਓਮੈਟ੍ਰਿਕ ਨਹੀਂ ਉਹਨਾਂ ਨੇ ਮੰਗੀ ਮੇਰੇ ਬੇਟੇ ਦੀ ਇੱਧਰ ਤੇ ਮੇਰੀ ਬਾਇਓਮੈਟ੍ਰਿਕ ਹੋਈ ਆ ਬਾਕੀ ਪੇਪਰ ਵਰਕ ਸਾਡਾ ਸਾਰਾ ਡਨ ਹੈਗਾ ਰਾਈਟ ਹੁਣ ਉਹਨਾਂ ਨੇ ਸਾਤੋਂ ਲਾਸਟ ਦੇ ਵਿੱਚ ਜਿੱਦਾਂ ਸਾਡੇ ਤੇ ਮੰਗੇ ਸੀਗੇ ਮੇਰੀ ਡਾਕਟਰ ਉੱਥੇ ਇੰਡੀਆ ਕੀ ਕਰਦੀ ਹੈਗੀ ਆ ਤੇ ਬੇਟਾ ਇੱਥੇ ਪੜ੍ਹਦਾ ਹੈਗਾ ਜਾਂ ਕੀ ਕਰਦਾ ਹੈ ਤੇ ਮੇਰਾ ਕੀ ਆ ਸਟੇਟਸ ਹੈਗਾ ਰਾਈਟ ਇਸ ਦੇ ਬਾਅਦ ਸਾਨੂੰ ਕੋਈ ਅਪਡੇਟ ਨਹੀਂ ਹੈ 2 ਦਸੰਬਰ ਨੂੰ ਇਹਨਾਂ ਨੇ ਸਾਤੋਂ ਮੰਗਿਆ ਸੀਗਾ 5 ਦਸੰਬਰ ਨੂੰ ਮੇਰੇ ਕੰਸਲਟੈਂਟ ਨੇ ਬੈਕ ਫਾਰਮ ਭੇਜਤਾ ਸੀਗਾ ਤੇ ਇਸ ਦੇ ਬਾਅਦ ਸਾਨੂੰ ਕੋਈ ਰਿਸਪੌਂਸ ਆਇਆ ਨਹੀਂ ਹੈਗਾ ਤੇ ਮੈंने ਪੁੱਛਣਾ ਸੀਗਾ
ਹੁਣ ਸਾਡਾ ਕਦੋਂ ਤੱਕ ਬਣ ਜਾਊਗਾ? ਮੇਰੀ 2020 ਸਤੰਬਰ ਦੀ ਫਾਈਲ ਲੱਗੀ ਹੋਈ ਹੈਗੀ ਆ। ਜੀ ਸਰ ਆਪਾਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਤੁਸੀਂ ਕਾਲ ਕੀਤੀ ਹੈ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਬਾਏ। ਨੈਕਸਟ ਕਾਲਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? हाँ जी मैम, मतलब डाउट सीगा भी जे कोई इंसान जो जॉब बैंक ਦੇ ਉੱਤੇ ਜੌਬਸ ਤੇ ਨੌਕਰ ਦੀ ਸੈਲਰੀ ਦਿੱਤੀ ਹੁੰਦੀ ਹੈ ਮਿਨੀਮਮ ਤੇ ਮੀਡੀਅਮ ਤੇ ਹਾਈਅਰ ਸੈਲਰੀ, ਜੇ ਕੋਈ ਬੰਦਾ ਮਿਨੀਮਮ ਸੈਲਰੀ ਤੇ ਜੌਬ ਕਰ ਰਿਹਾ ਤੇ ਉਹਦੀ ਸੀਵੀਸੀ ਐਸਐਸਡਬਲਿਊ ਦੇ ਵਿੱਚ ਪਿਕ ਹੋ ਸਕਦੀ ਹੈ ਫਾਈਲ ਐਪਲੀਕੇਸ਼ਨ ਲਗਾ ਸਕਦਾ ਉਹਦੇ ਵਿੱਚ ਐਲੀਜੀਬਲ ਹੋਣਾ? ਜੀ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਤੁਸੀਂ ਕਾਲ ਕੀਤੀ ਆ। ਨੈਕਸਟ ਕਾਲਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਿਵਲ ਸਰ ਤੋਂ ਬੋਲਦੇ ਸੀ ਜੀ। ਮੇਰਾ ਕਾਰਡ ਨੂੰ ਪੀਆਰ ਕਾਰਡ ਨੂੰ ਭੇਜਿਆ ਹੈ 5 ਮਹੀਨੇ ਹੋ ਗਏ ਤੇ 2 ਮਹੀਨੇ ਪਹਿਲਾਂ ਉਹਨਾਂ ਦੀ ਈਮੇਲ ਆਈ ਸੀ ਕਿ ਤੁਹਾਡੀ ਫਾਈਲ ਪ੍ਰੋਸੈਸਿੰਗ 'ਚ। ਮੈਂ ਪੁੱਛਣਾ ਚਾਹੀਦੀ ਸੀ ਹਲੇ ਹੋਰ ਕਿੰਨਾ ਟਾਈਮ ਲੱਗ ਸਕਦਾ ਹੈ, ਕਿਉਂਕਿ ਮੇਰੇ ਨਾ ਫਾਦਰ ਸਾਹਿਬ ਦੇ ਪਿੱਛੇ 2 ਵੀਕ ਪਹਿਲਾਂ ਡੈਥ ਹੋ ਗਈ ਤੇ ਮੈਂ ਇੰਡੀਆ ਜਾਣਾ, ਇਸ ਕਰਕੇ ਮੈਂ ਕਾਰਡ ਦੀ ਵੇਟ ਕਰ ਰਹੀ ਸੀ। ਦੱਸ ਸਕਦੇ ਹੋ ਮੈਨੂੰ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਤੁਸੀਂ ਕਾਲ ਕੀਤੀ ਉਹਦੇ ਲਈ ਤੁਹਾਡਾ ਧੰਨਵਾਦ। ਸਰ ਆਪਾਂ ਆਨਸਰ ਦਈਏ ਪਹਿਲਾਂ ਸਰੀ ਵਾਲਿਆਂ ਦਾ, ਜਿਨ੍ਹਾਂ ਨੇ ਕਿਹਾ ਸੀ ਸੈਕਿੰਡ ਮੈਰਿਜ ਹੈਗੀ 2020 ਦੀ ਫਾਈਲ ਲੱਗੀ ਹੈ ਤੇ ਬੇਟੀ ਇੰਡੀਆ ਦੇ ਵਿੱਚ ਆ, ਬੇਟਾ ਇੱਥੇ ਹੈ। ਓਕੇ ਭੈਣ ਜੀ, ਪਹਿਲੀ ਗੱਲ ਤਾਂ ਤੁਹਾਡੇ ਕੰਸਲਟੈਂਟ ਨੇ 2 ਦਸੰਬਰ ਨੂੰ ਉਹਨੂੰ ਆਈਆਂ ਇਨਫੋਰਮੇਸ਼ਨ ਮੰਗੀਆਂ ਗਈਆਂ ਤੇ 5 ਦਸੰਬਰ ਨੂੰ ਭੇਜਿਆ। ਆਈ ਥਿੰਕ ਹੀ ਵਾਸ ਵੈਰੀ ਪ੍ਰੌਮਪਟ ਇਨਫ। ਐਂਡ ਇੱਕ ਚੀਜ਼ ਰਿਅਲਾਈਜ਼ ਕਰਨੀ ਹੈ ਕਿ ਦਸੰਬਰ 15 ਤੋਂ ਲੈ ਕੇ ਜਨਵਰੀ ਫਸਟ ਵੀਕ ਤੱਕ ਇਟ ਆਲਮੋਸਟ ਛੁੱਟੀਆਂ ਵਾਲਾ ਹੌਲੀਡੇ ਮਾਹੌਲ ਜਿਹਾ ਸੀਗਾ। ਐਂਡ ਉਹਦੇ ਵਿੱਚ ਕੋਈ ਵੀ ਚੀਜ਼ਾਂ ਨਾਰਮਲੀ ਪ੍ਰੋਸੈਸ ਨਹੀਂ ਹੁੰਦੀਆਂ ਸੀ। ਇਹ ਤੁਹਾਡੇ ਪਾਸਟ ਐਕਸਪੀਰੀਅੰਸ ਤੋਂ ਲੱਗਦਾ ਹੈਗਾ ਤੇ ਉਹ ਹਾਲੇ ਬਹੁਤ ਜ਼ਿਆਦਾ ਟਾਈਮ ਨਹੀਂ ਹੋਇਆ। ਐਂਡ ਹੋਪਫੁਲੀ ਯੂ ਵਿਲ ਹੀਅਰ ਸੂਨ ਫਰੋਮ IRCC ਆਪਣੇ ਕੰਸਲਟੈਂਟ ਤੋਂ ਤੁਸੀਂ ਬੜੀ ਜਲਦੀ ਸੁਣੋਗੇ ਕੁਝ। ਬਾਕੀ ਇੱਕ ਚੀਜ਼ ਯਾਦ ਰੱਖਿਓ, ਤਰਨ ਅੱਜ ਦੀ ਤਰੀਕ ਦੇ ਵਿੱਚ ਸੈਕਿੰਡ ਮੈਰਿਜ ਦੇ ਕੁਐਸਚਨ ਸਾਡੇ ਕੋਲ ਕਾਫੀ ਆ ਰਹੇ ਨੇ, ਰਾਈਟ? ਅਸੀਂ ਕੁਐਰੀਜ਼ ਅਸੀਂ ਦੇਖ ਰਹੇ ਹਾਂ। ਜਦੋਂ ਵੀ ਤੁਸੀਂ ਐਪਲੀਕੇਸ਼ਨ ਪੁੱਟ ਅਪ ਕਰਦੇ ਹੈਗੇ ਹੋ ਐਂਡ ਸਪਾਊਜ਼ਲ ਐਪਲੀਕੇਸ਼ਨ ਹੈਗੀ ਹੈ, 2-3 ਚੀਜ਼ਾਂ ਦਾ ਖਿਆਲ ਖਾਸ ਕਰ ਕਰਨਾ ਪੈਂਦਾ ਹੈਗਾ। ਜੇ ਤੇ ਫਸਟ ਮੈਰਿਜ ਹੈਗੀ ਹੈ, ਇਜ਼ ਇਟ ਅ ਲਵ ਮੈਰਿਜ, ਇਟ ਇਜ਼ ਅਰੇਂਜ ਮੈਰਿਜ, ਕੌਣ ਕਿਸ ਤਰ੍ਹਾਂ ਸ਼ੁਰੂ ਹੋਇਆ, ਤੁਹਾਡਾ ਰਿਲੇਸ਼ਨਸ਼ਿਪ ਕਿਸ ਤਰ੍ਹਾਂ ਬਿਲਡ ਅਪ ਸ਼ੁਰੂ ਹੋਇਆ, ਤੁਹਾਡੇ ਕੋਲ ਪ੍ਰੂਫਸ ਹੋਣੇ ਚਾਹੀਦੇ ਨੇ ਤੁਹਾਡੀ ਰਿਲੇਸ਼ਨਸ਼ਿਪਸ ਦੇ। ਐਂਡ ਨਾਲ ਦੀ ਨਾਲ ਜਦੋਂ ਮੈਰਿਜ ਹੋਈ, ਮੈਰਿਜ ਤੋਂ ਬਾਅਦ ਕਿਹੜੇ ਓਕੇਜ਼ਨਸ ਤੇ ਤੁਸੀਂ ਕਿਤੇ ਘੁੰਮਣ ਫਿਰਨਗੇ, ਉਹ ਸਾਰੇ ਜਿੰਨੇ ਤੁਹਾਡੀ ਆਪਣੇ ਰਿਲੇਸ਼ਨਸ਼ਿਪਸ ਦੇ ਪ੍ਰੂਫ, ਸੋਸ਼ਲ ਮੀਡੀਆ ਦੇ ਪ੍ਰੂਫਸ ਉਹ ਤੋਂ ਪੁੱਟ ਅਪ ਕਰੋਗੇ, ਉਹਨਾਂ ਆਫਿਸਰ ਵਾਸਤੇ ਡਿਸੀਜਨ ਲੈਣਾ ਆਸਾਨ ਹੋ ਜਾਂਦਾ। ਜਿੱਥੇ ਆ ਜਾਵੇ ਸੈਕਿੰਡ ਮੈਰਿਜ, ਆਫਿਸਰ ਦਾ ਕੰਸਰਨ ਆ ਜਾਂਦਾ ਕਿਤੇ ਪਹਿਲੀ ਮੈਰਿਜ ਆਫ ਕਨਵੀਨੀਅੰਸ ਤਾਂ ਨਹੀਂ ਸੀਗੀ ਜਾਂ ਆਹ ਮੈਰਿਜ ਆਫ ਕਨਵੀਨੀਅੰਸ ਤਾਂ ਨਹੀਂ ਹੈਗੀ। ਸੋ ਉਹ ਦੇਖਦੇ ਹੈ, ਉਹ ਹੋਰ ਡੈਪਥ ਦੇ ਵਿੱਚ ਚਲੇ ਜਾਂਦੇ ਨੇ। ਉਹ ਦੇਖਣਾ ਚਾਹੁੰਦੇ ਨੇ ਕਿ ਮੈਰਿਜ ਜਿਹੜੀ ਪਹਿਲੀ ਹੋਈ ਸੀਗੀ ਉਹ ਕਿੰਨੀ ਦੇਰ ਕੋਹੈਬਿਟ ਕੀਤੇ, ਕਿੰਨੀ ਚਿਰ ਬਾਅਦ ਸੈਪਰੇਸ਼ਨ ਹੋਈ, ਕਿੰਨੀ ਸੈਪਰੇਸ਼ਨ ਤੋਂ ਬਾਅਦ ਡਿਵੋਰਸ ਕਦੋਂ ਹੋਇਆ, ਕਿਤੇ ਮੈਰਿਜ ਜਿਹੜੀ ਸੈਕਿੰਡ ਮੈਰਿਜ ਉਹ ਪਹਿਲਾਂ ਤਾਂ ਨਹੀਂ ਹੋ ਗਈ। ਸੋ ਉਹ ਸਾਰੀ ਚੀਜ਼ਾਂ ਨੂੰ ਕੰਸਰਨ ਹੈਗਾ ਬਿਕੋਜ਼ ਐਜ਼ ਪਰ ਕੈਨੇਡੀਅਨ ਲਾਅ ਇੱਕ ਬੰਦਾ ਇੱਕ ਟਾਈਮ ਤੇ ਇੱਕੋ ਹੀ ਵਾਈਫ ਜਾਂ ਇੱਕੋ ਹੀ ਸਪਾਊਸ ਹੋ ਸਕਦਾ ਹੈਗਾ। ਜੇ ਉਹ ਡਿਊਰਿੰਗ ਦਾ ਸੈਪਰੇਸ਼ਨ ਜਾਂ ਡਿਊਰਿੰਗ ਦਾ ਪ੍ਰੋਸੈਸ ਆਫ ਡਿਵੋਰਸ ਜੇ ਦੁਬਾਰਾ ਮੈਰਿਜ ਹੋ ਜਾਂਦੀ ਤਾਂ ਬੜਾ ਵੱਡਾ ਕੰਸਰਨ ਰੇਜ਼ ਹੋ ਜਾਂਦਾ। ਇਸੇ ਤਰ੍ਹਾਂ ਜੇ ਕੋਈ ਬੇਬੀ ਹੋ ਗਿਆ ਕੋਈ ਰਿਲੇਸ਼ਨਸ਼ਿਪ ਦੇ ਵਿੱਚ ਤੇ ਉਹ ਵੀ, ਸੋ ਆਫਿਸਰ ਐਸੇ ਵਾਸਤੇ ਆਪਣਾ ਡਿਊ ਡਿਲੀਜੈਂਸ ਕਰਦੇ ਨੇ, ਐਸੇ ਵਾਸਤੇ ਕਹਿੰਦੇ ਆ ਕਿ ਜਿਹੜਾ ਵੀ ਤੁਸੀਂ ਕੰਸਲਟੈਂਟ ਹਾਇਰ ਕਰੋ, ਜੇ ਤੇ ਖੁਦ ਕਰ ਸਕਦੇ ਹੋ ਤੇ ਜੇ ਪ੍ਰੋਫੈਸ਼ਨਲੀ ਕਰ ਸਕਦੇ ਤਾਂ ਹੀ ਕਰੋ, ਅਦਰਵਾਈਜ਼ ਹਾਇਰ ਅ ਕੰਸਲਟੈਂਟ ਔਰ ਅ ਲਾਇਰ ਟੂ ਪ੍ਰੋਸੈਸ ਯੋਰ ਐਪਲੀਕੇਸ਼ਨ। ਦਾ ਰੀਜ਼ਨ ਇਜ਼ ਉਹ ਜਦੋਂ ਕੰਸਲਟੈਂਟ ਆਏਗਾ ਤੁਹਾਡੀ ਫਾਈਲ ਦੇ ਉੱਤੇ, ਉਹ ਆਪਣੀ ਸਬਮਿਸ਼ਨਸ ਦੇ ਵਿੱਚ ਇੱਕ ਚੀਜ਼ ਨੂੰ ਮੈਂਸ਼ਨ ਕਰੇਗਾ, ਇੱਕ ਚੀਜ਼ ਨੂੰ ਐਡਰੈਸ ਕਰੇਗਾ। ਬਹੁਤ ਸਾਰੇ ਇਹੋ ਜਿਹੀਆਂ ਐਪਲੀਕੇਸ਼ਨਸ ਆਉਂਦੀਆਂ ਜਿਹਦੇ ਵਿੱਚ ਸੈਕਿੰਡ ਮੈਰਿਜ ਦੇ ਵਿੱਚ ਹਸਬੈਂਡ ਦੇ ਵੀ ਪ੍ਰੀਵੀਅਸ ਮੈਰਿਜ ਤੋਂ ਬੱਚੇ ਹੁੰਦੇ ਨੇ ਐਂਡ ਸਪਾਊਸ ਵਾਈਫ ਦੇ ਵੀ ਪ੍ਰੀਵੀਅਸ ਮੈਰਿਜ ਤੋਂ ਬੱਚੇ ਹੁੰਦੇ ਨੇ। ਹੁਣ ਐਗਰੀਮੈਂਟ ਇਹੋ ਜਿਹਾ ਹੋਇਆ ਹੁੰਦਾ ਕਿ ਤੁਸੀਂ ਆਪਣੇ ਸਪਾਊਸ ਨੂੰ ਜਾਂ ਤੁਹਾਨੂੰ ਲੱਗਦਾ ਕਿ ਪਹਿਲੇ ਅਸੀਂ ਆਪ ਕੋਹੈਬਿਟ ਕਰਕੇ ਦੇਖੀਏ, ਬੱਚਿਆਂ ਨੂੰ ਪਹਿਲੇ ਨਾਲ ਸਪਾਂਸਰ ਕਰ ਲਈਏ ਵਾਈਫ ਦੇ ਜਾਂ ਹਸਬੈਂਡ ਦੇ ਜਿਹੜੇ ਬਾਹਰੋਂ ਆਣੇ ਹੈਗੇ ਨੇ। ਸੋ ਉਹਦੇ ਵਿੱਚ ਤੁਸੀਂ ਨਾਨ ਅਕੰਪਨਿੰਗ ਮੈਂਬਰ ਲੈ ਕੇ ਚੱਲਦੇ ਹੈਗੇ ਹੋ ਐਂਡ ਬਾਅਦ 'ਚ ਤੁਸੀਂ ਉਹਨਾਂ ਦਾ ਮੈਡੀਕਲ ਵੀ ਹੁੰਦਾ, ਪੁਲਿਸ ਕਲੀਅਰੈਂਸ ਵੀ ਹੁੰਦਾ ਜੇ 18 ਤੋਂ ਉੱਪਰ ਹੋਣ, ਤੇ ਉਸ ਤੋਂ ਬਾਅਦ ਜੇ ਉਹ 21 ਸਾਲ ਤੋਂ ਪਹਿਲਾਂ ਸਪਾਂਸਰ ਹੋ ਸਕਦੇ ਨੇ। ਸੋ ਆਹ ਸਾਰੀਆਂ ਚੀਜ਼ਾਂ ਸਰਕਮਸਟੈਂਸਿਸ ਤੁਹਾਨੂੰ ਦੇਖਣੇ ਪੈਂਦੇ ਹੈਗੇ ਨੇ। ਸੋ ਜੇ ਕੋਈ ਇਹੋ ਜਿਹੀ ਚੀਜ਼ ਹੈਗੀ ਹੈ ਤੁਸੀਂ ਉਹਦੇ ਵਾਸਤੇ ਆਪਣੇ ਕੰਸਲਟੈਂਟ ਲਾਇਰ ਤੋਂ ਸਲਾਹ ਲਓ। ਜੇ ਤੁਸੀਂ ICC ਨਾਲ ਐਡਵਾਈਸ ਲੈਣਾ ਚਾਹੁੰਦੇ ਹੋ ਤੁਸੀਂ ਸਾਨੂੰ ਆਫਿਸ ਦੇ ਵਿੱਚ ਕਾਲ ਕਰਕੇ ਆਪਣਾ ਕੇਸ ਸਾਰਾ ਡਿਸਕਸ ਕਰ ਸਕਦੇ ਹੋ ਐਂਡ ਵੀ ਕੈਨ ਅਸਿਸਟ ਯੂ ਐਂਡ ਗਾਈਡ ਯੂ। ਬਿਲਕੁਲ ਸਰ, ਨੈਕਸਟ ਕਾਲਰ ਜੁੜ ਗਏ ਨੇ, ਆਪਾਂ ਬਾਕੀ ਵੀ ਆਨਸਰ ਦਿੰਦੇ ਹਾਂ। ਨੈਕਸਟ ਕਾਲਰ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਸੀ ਕਿ ਪੇਰੈਂਟਸ ਦਾ ਜਿਹੜਾ ਪਰਮਾਨੈਂਟ ਇਮੀਗ੍ਰੇਸ਼ਨ ਵਾਸਤੇ ਪ੍ਰੋਗਰਾਮ ਕਦੋਂ ਤੱਕ ਆਏਗਾ? ਤੇ ਇੱਕ ਮੇਰੀ ਸਿਸਟਰ ਨੇ ਸਿਟੀਜ਼ਨਸ਼ਿਪ ਦਾ ਟੈਸਟ ਦਿੱਤਾ ਹੈ
ਤੇ ਇੱਕ ਉਹਦਾ ਰਿਜ਼ਲਟ ਆਫੀਸ਼ੀਅਲ ਕਿੰਨੀ ਕੁ ਦੇਰ ਤੱਕ ਆਉਂਦਾ ਹੈ ਤੇ ਨੈਕਸਟ ਉਹ ਸੈਰੇਮਨੀ ਉਸ ਤੋਂ ਬਾਅਦ ਕਿੰਨੀ ਦੇਰ ਬਾਅਦ ਹੋਏਗੀ? ਜੀ ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ, ਤੁਸੀਂ ਕਾਲ ਕੀਤੀ ਹੈ ਪ੍ਰੋਗਰਾਮ 'ਚ। ਠੀਕ ਹੈ ਜੀ। ਨੈਕਸਟ ਕਾਲਰ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ ਅਲਵਾਟਾ ਤੋਂ ਬੋਲਦੇ ਹਾਂ ਜੀ ਅਸੀਂ। ਹਾਂਜੀ ਹਾਂਜੀ ਮੈਂ ਵਰਕ ਪਰਮਿਟ ਤੇ ਹਾਂ ਜੀ। ਉਹ ਮੈਂ ਆਪਣੀ ਵਾਈਫ ਦੀ ਫਾਈਲ ਲਾਈ ਸੀਗੀ ਜੀ ਅਕਤੂਬਰ 2020 ਦੇ ਵਿੱਚ, ਤੇ ਉਹ ਹੁਣ 18 ਦਸੰਬਰ ਨੂੰ ਮੈਡੀਕਲ ਹੋ ਗਿਆ ਜੀ। ਉਸ ਤੋਂ ਬਾਅਦ ਕੋਈ ਅਪਡੇਟ ਨਹੀਂ ਆਈ, ਕੁਝ ਦੱਸਿਆ ਨਹੀਂ ਉਹਨਾਂ ਨੇ, ਉਹਦੇ ਬਾਰੇ ਪੁੱਛਣਾ ਸੀ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ, ਤੁਸੀਂ ਕਾਲ ਕੀਤੀ ਆ। ਓਕੇ ਜੀ। ਜੀ ਸਰ, ਜੌਬ ਬੈਂਕ ਦੇ ਬਾਰੇ ਜਿਨ੍ਹਾਂ ਨੇ ਗੱਲ ਕੀਤੀ ਸੀ ਕਿ ਮਿਨੀਮਮ ਸੈਲਰੀ ਦੇ ਉੱਤੇ ਫਾਈਲ ਪਿਕ ਹੋ ਸਕਦੀ ਆ, ਇਹਨਾਂ ਦਾ ਕੀ ਆਪਾਂ ਆਨਸਰ? ਹਾਂਜੀ ਬਿਲਕੁਲ ਜੀ, ਸੀਸੀ ਕਲਾਸ ਦੇ ਵਿੱਚ ਤੇ ਮਿਨੀਮਮ ਸੈਲਰੀ ਦੇ ਉੱਤੇ ਵੀ ਕੰਮ ਕਰ ਰਹੇ ਹੋ ਤੇ ਤੁਹਾਡੀ ਫਾਈਲ ਪਿਕ ਹੋਣ ਦੇ ਵਿੱਚ ਕੋਈ ਇਸ਼ੂ ਨਹੀਂ ਹੋਣਾ ਚਾਹੀਦਾ। ਵਿੰਸਰ ਤੋਂ ਕਾਲ ਆਈ ਸੀ ਪੀਆਰ ਕਾਰਡ ਰਿਨਿਊਅਲ ਦੇ ਬਾਰੇ ਵਿੱਚ, ਉਹ ਜਾਣਨਾ ਚਾਹੁੰਦੇ ਸੀ ਵੀ 5 ਮਹੀਨੇ ਹੋ ਗਏ ਨੇ ਦਿੱਤਿਆਂ ਨੂੰ। ਜੀ ਬਿਲਕੁਲ, ਸੈਡ ਟੂ ਨੋ ਅਬਾਊਟ ਯੋਰ ਫਾਦਰ ਸਾਹਿਬ ਦਾ ਤੁਸੀਂ ਕਿਹਾ ਸੀਗਾ, ਮੈਂਸ਼ਨ ਕੀਤਾ ਸੀਗਾ। ਵੈਰੀ ਸਟ੍ਰੇਂਜ ਐਂਡ ਵੈਰੀ ਸੈਡ ਟੂ ਲਰਨ ਅਬਾਊਟ ਦੈਟ। ਬਟ ਅੱਜ ਐਕਚੁਅਲ ਜਿਹੜਾ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਜੀ, ਉਹ ਤਕਰੀਬਨ 157 ਦਿਨ ਦੇ ਆਸ-ਪਾਸ ਦਾ ਚੱਲ ਰਿਹਾ ਹੈਗਾ, ਜਿਹੜੇ ਪੀਆਰ ਕਾਰਡ ਰਿਨਿਊਅਲ ਦਾ ਟਾਈਮ ਹੈਗਾ। ਸੋ ਤੁਹਾਡੇ ਕੇਸ ਦੇ ਵਿੱਚ ਤੁਸੀਂ ਇੰਡੀਆ ਟਰੈਵਲ ਕਰ ਸਕਦੇ ਹੋ। ਇਨ ਦਾ ਮੀਨ ਟਾਈਮ ਤੁਹਾਡਾ ਕਾਰਡ ਆਉਣ ਵਾਲਾ ਹੋਣਾ ਚਾਹੀਦਾ ਹੈ। ਇੰਡੀਆ ਜਾ ਕੇ ਤੁਸੀਂ ਈਵਨ ਟਰੈਵਲ ਡਾਕੂਮੈਂਟ ਅਪਲਾਈ ਕਰ ਸਕਦੇ ਹੋ ਤੇ ਤੁਹਾਨੂੰ ਕੋਈ ਇਸ਼ੂ ਹੋਏਗਾ ਨਹੀਂ ਵਾਪਸ ਆਉਣ ਦੇ ਵਿੱਚ। ਜੀ ਬਿਲਕੁਲ। ਤੇ ਇਸ ਤੋਂ ਬਾਅਦ ਸਰ ਆਇਆ ਸੀ ਕਿ ਜਿਨ੍ਹਾਂ ਨੇ ਕਿਹਾ ਸੀ ਪੇਰੈਂਟਸ ਦੀ ਪੀਆਰ ਦਾ ਕਦੋਂ ਤੱਕ ਆ ਸਕਦਾ ਆ, ਅਗਲਾ ਜਿਹੜਾ ਹੁਣ ਰੋ ਆਉਣਾ ਪੇਰੈਂਟਸ? ਹਾਂਜੀ ਦੇਖੋ ਭੈਣ ਜੀ, ਅੱਜ ਦੀ ਤਰੀਕ ਦੇ ਵਿੱਚ ਇੰਨਾ ਬੈਕਲੌਗ ਹੈਗਾ, 1.8 ਮਿਲੀਅਨ ਬੈਕਲੌਗ ਦੀ ਅਸੀਂ ਗੱਲ ਕਰ ਰਹੇ ਹਾਂ। ਸਾਰੇ ਇਮੀਗ੍ਰੇਸ਼ਨ ਮਿਨਿਸਟਰ, ਆਈਆਰਸੀਸੀ ਪੂਰੇ ਰਿਸੋਰਸਿਸ ਆਪਣੇ ਲਗਾਏ ਹੋਏ ਹੈ ਤਾਂ ਕਿ ਅਸੀਂ ਬੈਕਲੌਗ ਨੂੰ ਰਿਜ਼ੋਲਵ ਕਰ ਸਕੀਏ। ਪ੍ਰੈਕਟੀਕਲੀ ਸਪੀਕਿੰਗ ਆਈ ਡੋਂਟ ਸੀ ਇਟ ਕਮਿੰਗ ਬਿਫੋਰ ਦਾ 3rd ਕੁਆਟਰ ਆਫ ਦਿਸ ਈਅਰ। ਸੋ ਤੀਜੇ ਕੁਆਟਰ ਦੇ ਵਿੱਚ ਸਾਡੀ ਐਕਸਪੈਕਟੇਸ਼ਨ ਹੈਗੀ ਹੈ ਕਿ ਪੇਰੈਂਟਸ ਦੀਆਂ, ਗ੍ਰੈਂਡ ਪੇਰੈਂਟਸ ਦੀਆਂ ਐਪਲੀਕੇਸ਼ਨ ਲਿੱਤੀਆਂ ਜਾਣਗੀਆਂ। ਤੇ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਸਿਸਟਰ ਨੇ ਸਿਟੀਜ਼ਨਸ਼ਿਪ ਟੈਸਟ ਦਿੱਤਾ, ਰਿਜ਼ਲਟ ਕਦੋਂ ਤੱਕ ਆ ਸਕਦਾ ਤੇ ਓਥ ਦੇ ਲਈ ਕਦੋਂ ਤੱਕ ਸੈਰੇਮਨੀ ਹੋ ਸਕਦੀ ਹੈ? ਓਕੇ ਜੀ, ਸਿਟੀਜ਼ਨਸ਼ਿਪ ਦੇ ਵੀ ਬਿਕੋਜ਼ ਆਨਲਾਈਨ ਹੋਣ ਕਰਕੇ ਸਾਰੀ ਚੀਜ਼ਾਂ ਚੇਂਜ ਹੋ ਗਈਆਂ ਹੈਗੀਆਂ। ਈਵਨ ਓਥ ਸੈਰੇਮਨੀਜ਼ ਵੀ ਆਨਲਾਈਨ ਪਰਫਾਰਮ ਕੀਤੀਆਂ ਜਾ ਰਹੀਆਂ। ਸੋ ਉਹਦੇ ਕਰਕੇ ਇਸ ਟਾਈਮ ਬੈਕਲੌਗ ਹਰ ਐਪਲੀਕੇਸ਼ਨ ਨੂੰ ਅਫੈਕਟ ਕਰ ਰਿਹਾ। ਬਟ ਹੋਪਫੁਲੀ ਇਹਦੇ ਉੱਤੇ ਵੀ ਗਵਰਨਮੈਂਟ ਇਜ਼ ਵਰਕਿੰਗ ਔਨ ਐਂਡ ਦੇ ਵਿਲ ਰਿਜ਼ੋਲਵ ਦਿਸ ਇਸ਼ੂ, ਬਟ there is no processing time ਜੀ। ਉਸ ਤੋਂ ਬਾਅਦ ਅਸੀਂ ਅਲਬਰਟਾ ਦਾ, ਜਿਨ੍ਹਾਂ ਨੇ ਕਿਹਾ ਸੀ ਕਿ ਵਰਕ ਪਰਮਿਟ ਦੀ ਫਾਈਲ ਜਿਹੜੀ ਆ ਉਹ ਵਰਕ ਪਰਮਿਟ ਤੇ ਨੇ, ਉਹਨਾਂ ਨੇ ਆਪਣੀ ਵਾਈਫ ਦੀ ਫਾਈਲ ਲਗਾਈ ਹੋਈ ਹੈ ਅਕਤੂਬਰ 2020 ਦੀ, ਤੇ ਅਜੇ ਤੱਕ ਕੋਈ ਅਪਡੇਟ ਨਹੀਂ ਆਈ। ਦਸੰਬਰ ਦੇ ਵਿੱਚ ਉਹਨਾਂ ਦਾ ਮੈਡੀਕਲ ਹੋਇਆ। ਵੇਟ ਐਂਡ ਵਾਚ ਹੈਗਾ ਜੀ। ਜੇ ਤੁਸੀਂ ਬਹੁਤੇ ਕਾਲੇ ਹੈਗੇ ਹੋ ਤੇ ਆਪਣੇ ਏਰੀਆ ਦੇ ਮੈਂਬਰ ਪਾਰਲੀਮੈਂਟ ਨੂੰ ਰਿਕੁਐਸਟ ਕਰ ਸਕਦੇ ਹੋ ਟੂ ਗੈਟ ਯੂ ਦਾ ਸਟੇਟਸ ਔਨ ਯੋਰ ਐਪਲੀਕੇਸ਼ਨ। ਜੀ ਨੈਕਸਟ ਕਾਲਰ ਜੁੜ ਕੇ ਨੇ, ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਜੀ ਹਾਂਜੀ, ਕਿੱਥੋਂ ਬੋਲ ਰਹੇ ਹੋ ਜੀ, ਕੀ ਸਵਾਲ ਹੈ? ਅਸੀਂ ਆਪਣੇ ਬ੍ਰਿਟਿਸ਼ ਕੋਲੰਬੀਆ ਸਰੀ ਤੋਂ ਬੋਲ ਰਹੇ ਹਾਂ ਜੀ। ਹਾਂਜੀ ਹਾਂਜੀ, ਮੇਰਾ ਕੁਐਸਚਨ ਇਹ ਸੀਗਾ ਭੈਣ ਜੀ, ਆਪਣੇ ਵੀ ਮੇਰੀ ਨਾ ਪੀਐਨਪੀ ਦੇ ਥਰੂ ਲੌਂਗ ਹਾਲ ਟਰੱਕ ਡਰਾਈਵਰ ਆ। ਪੀਐਨਪੀ ਦੇ ਥਰੂ ਮੇਰੀ ਪੀਐਨਪੀ ਅਪਰੂਵ ਹੋਈ ਸੀਗੀ। ਉਸ ਤੋਂ ਬਾਅਦ ਪੀਆਰ ਦੀ ਫਾਈਲ ਸਬਮਿਟ ਕਰਤੀ ਤੇ ਮੇਰਾ ਓਪਨ ਵਰਕ ਪਰਮਿਟ ਲਾਇਆ ਹੋਇਆ ਸੀਗਾ ਜਿੱਦਾਂ ਮੇਰਾ ਫੈਮਿਲੀ ਦਾ, ਪਰ ਉਹਨਾਂ ਨੇ ਉਹ ਲਿਖਤ ਕਰਤਾ। ਉਹ ਕਹਿੰਦੇ ਤੁਹਾਡਾ ਏਪੀਆਰ ਨਹੀਂ ਸਾਨੂੰ ਸ਼ੋ ਹੋ ਰਿਹਾ, ਜਿਹੜੀ ਪੀਆਰ ਦੀ ਫਾਈਲ ਸਬਮਿਟ ਕੀਤੀ ਆ ਨਾ। ਤੇ ਉਹ ਮੈਂ ਨਾ ਪੁੱਛਣਾ ਸੀਗਾ ਵੀ ਉਹ ਤਾਂ ਹੁਣ ਜਿਵੇਂ ਸਾਲ ਨਹੀਂ ਕਹਿੰਦੇ ਫਾਈਲ ਨੰਬਰ ਦਿੰਦੇ ਗਏ ਵੀ ਜਾਂ ਜਦੋਂ ਸਬਮਿਟ ਕਰਦੇ ਆ ਕੁਛ ਹੋਰ ਦਿੰਦੇ ਆ ਮਾੜੀ ਮੋਟੀ ਕਨਫਰਮੇਸ਼ਨ ਜਾਂ ਕੁਛ ਹੋਰ, ਉੱਤੇ ਕਿਉਂ ਰਿਫਿਊਜ਼ ਕਰਤਾ? ਤੁਹਾਡੀ ਕਿਹੜੀ ਫਾਈਲ ਰਿਫਿਊਜ਼ ਹੋਈ ਜੀ? ਨੂੰ ਦੇਈ ਜਾਂਦੇ ਆ, ਕਈਆਂ ਨੂੰ ਦੇਤਾ। ਫਾਈਲ ਰਿਫਿਊਜ਼ ਕਿਹੜੀ ਹੋਈ ਹੈ ਤੁਹਾਡੀ? ਮੇਰੀ ਓਪਨ ਵਰਕ ਪਰਮਿਟ ਦੀ ਹੋਈ ਹੈ ਜੀ। ਓਪਨ ਵਰਕ ਪਰਮਿਟ ਦੀ ਆਪਾਂ ਹਾਂਜੀ ਕੁਝ ਪੁੱਛਣਾ ਸੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ, ਤੁਸੀਂ ਕਾਲ ਕੀਤੀ ਹੈ ਪ੍ਰੋਗਰਾਮ ਦੇ ਵਿੱਚ। ਜੀ ਸਰ। ਓਕੇ, ਜਦੋਂ ਵੀ ਤੁਸੀਂ ਪੀਐਨਪੀ ਤੁਹਾਡੇ ਕੋਲ ਆ ਜਾਂਦਾ ਜੀ, ਤੁਹਾਡੇ ਕੋਲ ਐਲੀਜੀਬਿਲਟੀ ਆ ਜਾਂਦੀ ਹੈ ਪੀਐਨਪੀ ਸਰਟੀਫਿਕੇਟ ਦੇ ਨਾਲ, ਤੁਸੀਂ ਆਪਣਾ ਵਾਸਤੇ ਓਪਨ ਵਰਕ ਪਰਮਿਟ ਲੈ ਸਕਦੇ ਹੈਗੇ ਹੋ। ਸੋ ਉਹ ਰਿਫਿਊਜ਼ ਹੋਇਆ ਤੇ ਤੁਹਾਨੂੰ ਦੁਬਾਰਾ ਐਪਲੀਕੇਸ਼ਨ ਪਾ ਦੇਣੀ ਚਾਹੀਦੀ ਹੈ। ਕੋਈ ਕਨਫਿਊਜ਼ਨ ਹੋ ਸਕਦਾ, ਕੋਈ ਆਫਿਸਰ ਨੂੰ ਕੋਈ ਚੀਜ਼ ਹੋ ਗਿਆ ਹੋਵੇ ਐਂਡ ਦੁਬਾਰਾ ਐਪਲੀਕੇਸ਼ਨ ਪੁੱਟ ਅਪ ਕਰ ਦਿਓ ਤਾਂ ਕੋਈ ਇਸ਼ੂ ਹੋਣਾ ਨਹੀਂ ਚਾਹੀਦਾ ਜੀ। ਬਿਲਕੁਲ। ਤੇ ਆਪਾਂ ਗੱਲ ਕਰ ਸੀ ਐਡਵਾਂਸ ਡਾਟਾ ਐਨਾਲਿਟਿਕ ਦੀ ਗੱਲ ਕਰ ਰਹੇ ਸੀਗੇ। ਤੁਸੀਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਪਹਿਲਾਂ ਵੀ ਕਈ ਫੈਸਲੇ ਹੁੰਦੇ ਰਹੇ ਨੇ ਜੋ ਕਿ ਕਾਫੀ ਜ਼ਿਆਦਾ ਉਹਨਾਂ ਨੂੰ ਕ੍ਰਿਟਿਸਾਈਜ਼ ਵੀ ਕੀਤਾ ਗਿਆ। ਸੋ ਇਮੀਗ੍ਰੇਸ਼ਨ ਡਿਪਾਰਟਮੈਂਟ ਕਹਿ ਰਿਹਾ ਕਿ ਫੈਸਲੇ ਉਹ ਨਹੀਂ ਲੈਂਦੇ ਹੈਗੇ। ਸੋ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਕਾਫੀ ਕੁਐਸਚਨਸ ਹੈਗੇ ਕਿ ਫੈਸਲੇ ਆਖਿਰ ਲੈ ਕੌਣ ਰਿਹਾ ਵਾ? ਤਰਨ, ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਯੂਜ਼ ਕੀਤੀ ਜਾ ਰਹੀ ਹੈ ਜਾਂ ਐਡਵਾਂਸਡ ਡਾਟਾ ਐਨਾਲਿਟਿਕਸ ਯੂਜ਼ ਕੀਤਾ ਜਾ ਰਿਹਾ, ਉਹ ਬੇਸਿਕਲੀ ਸਾਰੇ ਡਾਕੂਮੈਂਟਸ ਨੂੰ ਗੋ ਥਰੂ ਕਰਕੇ, ਸਾਰੀ ਚੀਜ਼ਾਂ ਅਸੈਸ ਕਰਕੇ ਉਹ ਇਨਪੁਟਸ ਪ੍ਰੋਵਾਈਡ ਕਰਦਾ ਹੈਗਾ ਆਫਿਸਰਸ ਨੂੰ। ਸੋ ਉਹ ਡਿਸੀਜਨ ਨਹੀਂ ਲੈਂਦਾ, ਬਟ ਉਹ ਇਨਪੁਟਸ ਇਹੋ ਜਿਹੀਆਂ ਕਲੀਅਰ ਪ੍ਰੋਵਾਈਡ ਕਰਦਾ ਕਿ ਆਫਿਸਰ ਵਾਸਤੇ ਡਿਸੀਜਨ ਲੈਣਾ ਆਸਾਨ ਹੋ ਜਾਂਦਾ ਹੈ। ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹਾਂਜੀ, ਮੈਂ ਬ੍ਰੈਂਪਟਨ ਤੋਂ ਬੋਲ ਰਹੀ ਹਾਂ। ਮੇਰਾ ਕੁਐਸਚਨ ਇਹ ਹੈ ਕਿ ਮੈਂ 2020 ਦੇ ਵਿੱਚ ਕੇਅਰ ਗਿਵਰ ਸੀ, ਅਸੀਂ ਫਾਈਲ ਲਗਾਈ ਸੀ, ਉਹਨਾਂ ਦੇ ਰਿਜ਼ਲਟ ਕਦੋਂ ਤੱਕ ਆਣਗੇ? ਥੈਂਕ ਯੂ।
ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਤੁਸੀਂ ਕਾਲ ਕੀਤੀ ਆ ਜੀ ਸਰ। ਕੇਅਰ ਗਿਵਰ ਤਰਨ ਪੇਰੈਂਟਲ ਐਂਡ ਕੇਅਰ ਗਿਵਰ ਦੇ ਉੱਤੇ ਕਿਸੇ ਕੋਲ ਕੋਈ ਆਨਸਰ ਨਹੀਂ ਹੈਗਾ ਅੱਜ ਦੀ ਤਰੀਕ ਦੇ ਵਿੱਚ, ਐਂਡ ਯੂ ਵਿਲ ਹੈਵ ਟੂ ਬੀਅਰ ਇਟ ਜਦ ਤੱਕ ਡਿਸੀਜਨ ਨਾ ਆਵੇ, ਬਟ ਹੋਪਫੁਲੀ we will see lot of movements happening in the second quarter on these files as well. So ਪਹਿਲੇ quarter ਦੇ ਵਿੱਚ I don't see lot of things happening on these files, but second quarter ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ process ਹੋਣਗੀਆਂ ਜੀ। ਬਹੁਤ ਸਾਰੇ ਜਿਹੜੇ ਬੈਠੇ ਨੇ ਇਸ ਵਕਤ, ਚਾਹੇ ਆਊਟਸਾਈਡ ਕੈਨੇਡਾ ਹੋਣ ਚਾਹੇ ਇਨਸਾਈਡ ਕੈਨੇਡਾ ਹੋਣ, ਜਿਹੇ ਕੈਂਡੀਡੇਟਸ ਇਹਨਾਂ ਦੇ ਕੇ ਸਕੋਰਸ ਕਾਫੀ ਜ਼ਿਆਦਾ ਗੁੱਡ ਨੇ ਤੇ ਉਹ ਐਕਸਪੈਕਟ ਕਰ ਰਹੇ ਨੇ ਕਿ ਛੇਤੀ ਡਰਾਸ ਨਿਕਲਣ ਤੇ ਆਪਣੀਆਂ ਫਾਈਲਸ ਲਗਾਉਣ। ਸੋ ਕਿੰਨੀ ਕੁ ਦੇਰ ਤੱਕ ਅਜੇ ਅਸੀਂ ਐਕਸਪੈਕਟ ਕਰ ਸਕਦੇ ਹਾਂ ਕਿ ਅਜੇ ਇਹ ਡਰਾ ਜਿਹੜੇ ਨਹੀਂ ਕੱਢੇ ਜਾ ਸਕਦੇ? ਤਰਨ 3 ਮਹੀਨੇ ਤਾਂ ਆਫਿਸਰ ਸੀਨ ਫਰੇਜ਼ਰ ਸਾਹਿਬ ਦੀ ਸਟੇਟਮੈਂਟ ਤੋਂ ਲੱਗ ਗਿਆ ਕਿ ਅਗਲੇ 3 ਮਹੀਨੇ ਦਾ ਡਰਾ ਨਹੀਂ ਆਣਾ, ਰਾਈਟ। ਸੋ ਹੋਪਫੁਲੀ ਐਕਸਟੈਂਡ ਨਾ ਹੋ ਜਾਵੇ ਟਿਲ ਸੈਕੰਡ ਕੁਆਟਰ ਐਜ਼ ਵੈਲ। ਸੋ ਜਿਹੜੀਆਂ ਉਹ ਰਿਟਰੈਕਟਡ ਮੈਮੋਸ ਸੀਗੇ ਉਹਦੇ ਚੋਂ ਚੀਜ਼ਾਂ ਸਹੀ ਹੁੰਦੀਆਂ ਨਜ਼ਰ ਆ ਰਹੀਆਂ ਹੈਗੀਆਂ। ਸੋ ਬਿਲਕੁਲ ਬੈਕਲੌਗ ਨੂੰ ਕਲੀਅਰ ਕਰਨਾ ਤਾਂ ਕੁਝ ਸਮੇਂ ਲਈ ਕਰਨਾ ਉਹ ਬਹੁਤ ਜ਼ਰੂਰੀ ਹੈਗਾ। ਤੁਹਾਨੂੰ ਯਾਦ ਹੋਏਗਾ 2011 ਦੇ ਵਿੱਚ ਜਦੋਂ ਸਾਰੀਆਂ ਐਪਲੀਕੇਸ਼ਨਸ ਰਫਾ ਦਫਾ ਕਰ ਦਿੱਤੀਆਂ ਗਈਆਂ ਸੀ, ਫੀਸਿਸ ਵਾਪਸ ਕਰ, ਉਸ ਸਿਚੁਏਸ਼ਨ ਦੇ ਵਿੱਚ ਨਹੀਂ ਗਏ। ਐਟਲੀਸਟ ਯੂ نو ਇਹ ਉਹਨਾਂ ਅਸੀਂ ਰਿਜ਼ੋਲਵ ਕਰ ਸਕਦੇ ਹਾਂ। ਇਹ ਬਹੁਤ ਇੰਪੋਰਟੈਂਟ ਚੀਜ਼ ਹੈਗੀ। ਬਿਲਕੁਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ੍ਰੀ ਅਕਾਲ ਜੀ, ਮੈਂ ਆਪਣੇ ਸਰੀ ਤੋਂ ਬੋਲਦਾ ਜੀ, ਬੀਸੀ ਤੋਂ। ਹਾਂਜੀ ਹਾਂਜੀ, ਮੇਰਾ ਜੀ ਤੁਸੀਂ ਆਨਸਰ ਦਿੱਤਾ ਹੁਣੇ ਕੁਐਸਚਨ ਸੀਗਾ ਮੇਰੀ ਨਾ, ਉਹ ਕਹਿੰਦੇ ਮੈਂ ਫਾਈਲ ਜਿਹੜੀ ਆ ਉੱਪਰ ਵਰਕ ਪਰਮਿਟ ਦੀ ਕੀਤੀ ਆ, ਹਾਂਜੀ ਉਹ ਪੀਐਨਪੀ ਦੇ ਥਰੂ, ਬਟ 4 ਮਹੀਨੇ ਹੋ ਗਏ ਉਸ ਤੋਂ ਬਾਅਦ ਰਿਫਿਊਜ਼ਲ ਆਈ ਆ, ਪਰ ਉਹ ਮੰਗ ਰਹੇ ਆ ਮੈਥੋਂ APR। ਮੈਂ ਤਾਂ ਇਹ ਪੁੱਛਣਾ ਸੀਗਾ ਵੀ ਜਦੋਂ ਆਪਾਂ PR ਦੀ ਫਾਈਲ ਸਬਮਿਟ ਕਰਦੇ ਫਿਰ ਓਪਨ ਵਰਕ ਪਰਮਿਟ ਉਹਨਾਂ ਨੇ PR ਦੀ ਫਾਈਲ ਦੇ ਥਰੂ ਦੇਣਾ ਸੀਗਾ ਵੀ PR ਦੀ ਫਾਈਲ ਲੱਗੀ ਔਰ ਮੈਂ ਕੈਨੇਡਾ ਦਾ, ਇਹ 2 ਸੀਗੇ ਉਹਨਾਂ ਦੇ ਪੁਆਇੰਟ ਤੇ ਉਹ ਮੈਂ ਦੋਨੇ ਹੀ ਪੂਰੇ ਕਰਦਾ ਸੀ। ਪਰ ਉਹਨਾਂ ਨੇ ਹੁਣ ਆਫਿਸਰ ਨੇ ਮੈਥੋਂ ਇਹ ਮੰਗਿਆ ਵੀ APR ਸਾਨੂੰ ਸ਼ੋਅ ਨਹੀਂ ਹੋ ਰਿਹਾ ਤੇਰਾ ਇੱਥੇ, ਤੇ ਉਹ ਤਾਂ ਜੀ ਪਹਿਲਾਂ ਸਾਲ ਨਹੀਂ ਉੱਥੇ ਸ਼ੋਅ ਹੋ ਰਹੀਆਂ, ਨਾ ਕੋਈ ਨੰਬਰ ਨਹੀਂ ਆ ਰਿਹਾ ਉਹਨਾਂ ਦਾ। ਮੇਰਾ ਕੁਐਸਚਨ ਇਹ ਸੀ ਵੀਰ ਨੂੰ ਵੀ ਉਹ ਜਦੋਂ ਆਪਾਂ ਸਬਮਿਟ ਕਰਦੇ ਆ ਜਿੱਦਾਂ 4 ਮਹੀਨੇ ਪਹਿਲਾਂ ਸਬਮਿਟ ਕੀਤੀ ਹੋਈ ਆ ਮੇਰੀ ਫਾਈਲ, ਵੀ ਉਹਦਾ ਕੋਈ ਉਸ ਟਾਈਮ ਰਾਈਟ ਵੀ ਕੋਈ ਕਨਫਰਮੇਸ਼ਨ ਜਾਂ ਕੋਈ ਟੈਂਪਰੇਰੀ ਕੋਈ ਪਹੁੰਚੀ ਦਾ ਕੋਈ ਆਟੋਮੈਟਿਕ ਈਮੇਲ ਕੁਛ ਉਹਨਾਂ ਦੀ ਆਉਂਦੀ ਆ ਕੁਛ, ਹਨਾ ਮੈਥੋਂ ਕੁਛ ਮੰਗ ਰਹੇ ਆ ਆਫਿਸਰ, ਉਹ ਮੇਰੇ ਕੋਲੇ ਕੁਛ ਨਹੀਂ ਹੈਗਾ। ਮੈਂ ਕਹਿੰਦੀ ਫਾਈਲ ਕਨਫਰਮ ਹੋਣੀ ਹੈ। ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਕਾਲ ਕਰਨ ਲਈ ਜੀ ਸਰ। ਉਹ ਸਿਰਫ ਸਕਰੀਨਸ਼ਾਟਸ ਹੁੰਦੇ ਨੇ ਜਿਹੜੇ ਤੁਹਾਡਾ ਕੰਸਲਟੈਂਟ ਤੁਹਾਨੂੰ ਦੇ ਸਕਦਾ ਹੈਗਾ, ਐਂਡ ਬਟ ਤੁਹਾਡੀ ਐਪਲੀਕੇਸ਼ਨ ਦੁਬਾਰਾ ਪੁੱਟ ਅਪ ਕਰੋ, ਤੁਹਾਨੂੰ ਕੋਈ ਚੈਲੰਜ ਨਹੀਂ ਹੋਣਾ ਚਾਹੀਦਾ। ਉਹ ਫਾਈਲ ਨੰਬਰ, ਬਿਕੋਜ਼ ਜਿਹੜਾ ਤੁਹਾਡਾ PNP ਸਰਟੀਫਿਕੇਟ ਹੁੰਦਾ ਉਹਦੇ ਨਾਲ ਤੁਹਾਡੀ ਐਲੀਜੀਬਿਲਟੀ ਹੈਗੀ ਹੈ। ਈਵਨ ਤੁਹਾਡੀ PR ਦੀ ਫਾਈਲ ਨਹੀਂ ਲੱਗੀ ਤਾਂ ਵੀ ਤੁਹਾਡੀ ਐਲੀਜੀਬਿਲਟੀ ਹੈਗੀ ਕਿ ਤੁਸੀਂ ਓਪਨ ਵਰਕ ਪਰਮਿਟ ਲੈ ਸਕਦੇ ਹੋ। ਐਂਡ ਜੇ ਫਾਈਲ ਪੁੱਟ ਅਪ ਕੀਤੀ ਹੋਈ ਹੈ ਉਹਦਾ ਸਕਰੀਨਸ਼ਾਟਸ ਲੈ ਕੇ ਵੀ ਉਹ ਤੁਸੀਂ ਅਟੈਚ ਕਰ ਸਕਦੇ ਹੋ ਆਪਣੀ ਫਾਈਲ ਦੇ ਨਾਲ। ਬਿਲਕੁਲ ਸਰ। ਥੋੜਾ ਜਿਹਾ ਮੈਂ ਕਿਊਬਿਕ ਦੇ ਕਾਲਜਸ ਨੂੰ ਵੀ ਜ਼ਰੂਰ ਟੱਚ ਕਰਨਾ ਚਾਹੂੰਗੀ। ਇੱਕ ਅਜਿਹਾ ਮੁੱਦਾ ਹੈ, ਇਸ ਵਕਤ ਕਾਫੀ ਪ੍ਰੋਟੈਸਟ ਹੋ ਰਹੇ ਨੇ, ਸੋ ਕਿਊਬਿਕ ਦੇ ਕਾਲਜਸ ਦੇ ਵਿੱਚ ਹੋ ਰਿਹਾ, ਉਹਨਾਂ ਸਟੂਡੈਂਟਸ ਦਾ ਇਸ ਵਕਤ ਕੀ ਭਵਿੱਖ ਨਜ਼ਰ ਆ ਰਿਹਾ, ਕੀ ਕਰ ਸਕਦੇ ਨੇ? ਤਰਨ ਬਿਲਕੁਲ ਇਟ ਇਜ਼ ਸੈਡ ਕਿ ਬਹੁਤ ਸਾਰੇ ਬੱਚੇ ਇਹੋ ਜਿਹੇ ਹੈਗੇ ਨੇ ਜਿਹੜੇ ਉਸ ਕਾਲਜਸ ਦੇ ਵਿੱਚ ਅਫੈਕਟ ਹੋਏ ਨੇ, ਐਂਡ ਫੀਸਾਂ ਜਮ੍ਹਾਂ ਕਰਾਈਆਂ ਹੋਈਆਂ ਸੀਗੀਆਂ, ਕਿਸੇ ਨੇ 6 ਮਹੀਨੇ ਦੀ ਕਰਾਈ ਸੀ, ਕਿਸੇ ਨੇ ਸਾਲ ਦੀਆਂ ਕਰਾਈਆਂ ਹੋਈਆਂ ਸੀਗੀਆਂ। ਉਹ ਸਾਰੇ ਬੱਚੇ ਅਫੈਕਟਡ ਹੈਗੇ ਨੇ ਬਿਕੋਜ਼ ਪੈਸੇ ਬੜੇ ਔਖੇ ਕਮਾਏ ਜਾਂਦੇ ਨੇ, ਐਂਡ ਉਹ ਬੜੇ ਬੱਚਿਆਂ ਨੇ ਔਖੇ ਕਮਾ ਕੇ ਜਾਂ ਉਹਨਾਂ ਦੇ ਪੇਰੈਂਟਸ ਨੇ ਬੜੇ ਔਖੇ ਕਈ ਸਰਫੇ ਕਰਕੇ ਉਹ ਫੀਸਾਂ ਭਰੀਆਂ ਹੋਈਆਂ ਹੈਗੀਆਂ। ਸੋ ਹਲੇ ਤੇ ਡਾਇਲੇਮਾ ਦੇ ਵਿੱਚ ਹੀ ਹੈਗਾ ਜੀ, ਹਲੇ ਕੋਈ ਗਵਰਨਮੈਂਟ ਨੇ ਡਿਸੀਜਨ ਨਹੀਂ ਲਿੱਤਾ ਉਹਨਾਂ ਦੇ ਉੱਤੇ ਕਿ, ਬਟ ਟੈਕਨੀਕਲੀ ਜਦੋਂ ਵੀ ਕਾਲਜਸ ਹਰ ਕਾਲਜ ਜਦੋਂ ਵੀ ਉਹਨਾਂ ਨੂੰ ਲਾਇਸੈਂਸ ਦਿੱਤਾ ਜਾਂਦਾ ਹੈ ਪ੍ਰਾਈਵੇਟ ਕਾਲਜਸ ਨੂੰ, ਤੇ ਉਹਨਾਂ ਤੋਂ ਇੱਕ ਬੌਂਡ ਭਰਾਇਆ ਜਾਂਦਾ ਹੈਗਾ, ਐਂਡ ਬਟ ਉਹ ਬੌਂਡ ਇੰਨਾ ਕੁ ਵੱਡਾ ਨਹੀਂ ਹੁੰਦਾ, ਉਹ ਛੋਟਾ ਜਿਹਾ ਬੌਂਡ ਹੁੰਦਾ ਹੈ। ਜੇ ਬੈਂਕਰਪਸੀ ਕਰ ਗਏ ਕਾਲਜਸ ਤੇ ਉਹ ਬੌਂਡ ਦੇ ਵਿੱਚੋਂ ਬੜੇ ਘੱਟ ਪੈਸੇ ਐਲੀਜੀਬਿਲਟੀ ਹੋਏਗੀ, ਇੱਕ ਬੱਚੇ ਨੂੰ ਬੜੇ ਘੱਟ ਪੈਸੇ, ਜੇ ਉਹ ਵੀ ਜਦੋਂ ਗਵਰਨਮੈਂਟ ਡਿਸੀਜਨ ਲਏਗੀ, ਤੇ ਅਦਰਵਾਈਜ਼ ਪੈਸੇ ਮੁੜਨ ਦੀ ਉਮੀਦ ਘੱਟ ਹੀ ਹੁੰਦੀ ਹੈ ਜੇ ਬੈਂਕਰਪਸੀ ਹੋ ਗਈ ਤਾਂ। ਕੀ ਕੋਈ ਐਵੇਂ ਦੀ ਪਟੀਸ਼ਨ ਵਗੈਰਾ ਸ਼ੁਰੂ ਕੀਤੀ ਜਾ ਸਕਦੀ ਹੈ ਕਿ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਬਿਲਡ ਕੀਤਾ ਜਾ ਸਕੇ ਤਾਂ ਕਿ ਕੁਝ ਅਜਿਹੇ ਹਾਲਾਤਾਂ ਚੋਂ ਨਿਕਲਿਆ ਜਾ ਸਕੇ? ਤਰਨ ਬੇਸਿਕਲੀ ਉਹ ਕਾਲਜਸ ਕਿਊਬੈਕ ਦੀ ਸਰਕਾਰ ਦੇ ਥੱਲੇ ਆਉਂਦੇ ਹੈਗੇ ਨੇ, ਐਂਡ ਬਿਕੋਜ਼ ਜਿਹੜੇ ਪ੍ਰਾਈਵੇਟ ਕਾਲਜਸ ਹੈਗੇ, ਮਿਨਿਸਟਰੀ ਆਫ ਕਾਲਜਸ ਐਂਡ ਯੂਨੀਵਰਸਿਟੀਜ਼ ਜਿਹੜੀਆਂ ਹੈਗੀਆਂ, ਹਰ ਪ੍ਰੋਵਿੰਸ ਦੀਆਂ ਆਪਣੀ ਮਿਨਿਸਟਰੀਜ਼ ਹੈਗੀਆਂ। ਓਨਟਾਰੀਓ ਦੀਆਂ ਜਿਹੜੀਆਂ ਪ੍ਰਾਈਵੇਟ ਕਾਲਜਸ ਹੈਗੇ ਸਾਰੇ ਓਨਟਾਰੀਓ ਦੇ ਮਿਨਿਸਟਰੀ ਦੇ ਥੱਲੇ ਆਉਂਦੇ ਨੇ, ਕਿਊਬੈਕ ਵਾਲੇ ਸਾਰੇ ਕਾਲਜਸ ਕਿਊਬੈਕ ਦੀ ਮਿਨਿਸਟਰੀ ਦੇ ਥੱਲੇ ਆਉਂਦੇ ਨੇ। ਸੋ ਡੈਫੀਨੇਟਲੀ ਜੀ ਤੁਸੀਂ ਕਿਊਬੈਕ ਦੀ ਗਵਰਨਮੈਂਟ ਨੂੰ ਐਡਰੈਸ ਕਰ ਸਕਦੇ ਹੋ, ਕਾਲਜਸ ਐਂਡ ਯੂਨੀਵਰਸਿਟੀ ਦੀ ਮਿਨਿਸਟਰੀ ਨੂੰ, ਐਂਡ ਉੱਥੇ ਅਪੀਲ ਵੀ ਕਰ ਸਕਦੇ ਹੋ, ਆਪਣੀ ਈਮੇਲਸ ਕਰ ਸਕਦੇ ਹੋ, ਬਟ ਡਿਸੀਜ਼ਨ
ਜੇ ਬੈਂਕਰਪਸੀ ਹੋਗੀ ਤਾਂ ਇਟ ਵਿਲ ਬੀ ਅ ਵੈਰੀ ਟਫ ਔਨ ਥੀਸ ਕਿਡਸ। ਬਿਲਕੁਲ ਸਰ, ਤੇ ਕਾਫੀ ਅਸੀਂ ਦੇਖ ਰਹੇ ਹਾਂ ਇੰਡੀਆ ਹੋਵੇ ਚਾਹੇ ਇੱਥੇ ਕੈਨੇਡਾ ਹੋਵੇ, ਬਹੁਤ ਸਾਰੇ ਸਟੂਡੈਂਟਸ ਪ੍ਰਭਾਵਿਤ ਹੋਏ ਨੇ ਤੇ ਇਸ ਵਕਤ ਪ੍ਰੋਟੈਸਟ ਵੀ ਕਰ ਰਹੇ ਨੇ ਤੇ ਪ੍ਰੋਟੈਸਟ ਸਮਝਿਆ ਜਾ ਰਿਹਾ ਕਿ ਇਹੀ ਸ਼ਾਇਦ ਇੱਕ ਰਾਸਤਾ ਹੋਵੇ ਫੀਸਾਂ ਵਾਪਸ ਲੈਣ ਦਾ, ਪਰ ਜਿਸ ਤਰੀਕੇ ਨਾਲ ਬੈਂਕਰਪਸੀ ਉਹ ਐਲਾਨ ਦਿੱਤੀ ਗਈ ਹੈ ਬਹੁਤ ਮੁਸ਼ਕਿਲ ਹੋਏਗਾ ਇਸ ਦੇ ਵਿੱਚ। ਤਰਨ ਸਪੋਜ਼ ਕੋਈ ਵੀ ਕਾਲਜ ਹੈਗਾ ਆ ਉਹਦੇ ਤੋਂ ਬੌਂਡ ਲਿੱਤਾ ਜਾਂਦਾ ਹੈਗਾ, ਸਪੋਜ਼ ਜੇ ਉਹਨਾਂ ਦਾ ਰੈਵਨਿਊ ਸਪੋਜ਼ $1 ਮਿਲੀਅਨ ਦਾ ਜਾਂ 2 ਮਿਲੀਅਨ ਜਾਂ 5 ਮਿਲੀਅਨ ਦਾ ਹੈਗਾ ਤਾਂ 2 ਲੱਖ ਦਾ 2.5 ਲੱਖ ਦਾ ਬੌਂਡ ਹੋਏਗਾ। ਸਪੋਜ਼ ਜਿੰਨੇ ਬੱਚਿਆਂ ਦਾ ਨੁਕਸਾਨ ਹੋਇਆ ਜੇ 5 ਲੱਖ ਦਾ ਵੀ ਮੈਂ ਕਹਿੰਦਾ ਬੌਂਡ ਹੋਵੇ ਤੇ ਕਿਸੇ ਨੂੰ $1000 ਨਹੀਂ ਆਣਾ ਜੇ 5 ਲੱਖ, ਡਿਪੈਂਡ ਕਰਦਾ ਕਿ ਬੱਚੇ ਕਿੰਨੇ ਹੈਗੇ ਨੇ ਜੀ। ਬਿਲਕੁਲ ਸਰ, ਤੇ ਮੋਸਟਲੀ ਤੁਹਾਡੇ ਕੋਲ ਕੁਝ ਨਾ ਕੁਝ ਜੌਬ ਆਪਸ਼ਨਸ ਹੁੰਦੀਆਂ ਨੇ ਤੇ ਇਸ ਵਾਰ ICSE ਕੋਲ ਕੁਝ ਜੌਬ ਆਪਸ਼ਨਸ ਹੈਗੀਆਂ ਨੇ ਜੇ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ। ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਐਪਲੀਕੈਂਟ ਇਸ ਟਾਈਮ ਜੇ ਤੁਸੀਂ ਵਿਜ਼ਿਟ ਵੀਜ਼ਾ ਤੇ ਕੈਨੇਡਾ ਦੇ ਵਿੱਚ ਹੈਗੇ ਹੋ ਤੁਹਾਡੇ ਵਾਸਤੇ ਓਪਰਚੁਨਿਟੀ ਐਗਜ਼ਿਸਟ ਕਰਦੀ ਹੈ ਬਿਕੋਜ਼ ਫੈਬਰੂਰੀ 28 ਤੱਕ ਜਿਹੜੀਆਂ ਪਬਲਿਕ ਪਾਲਿਸੀ ਦੇ ਤਹਿਤ ਜੇ ਤੁਹਾਨੂੰ LMIA ਮਿਲਦਾ ਤੁਹਾਨੂੰ ਵਰਕ ਪਰਮਿਟ ਮਿਲਣਾ ਬੜਾ ਆਸਾਨ ਹੈਗਾ ਇਸ ਟਾਈਮ ਤੇ ਤੁਸੀਂ ਉਹਦੀ ਓਪਰਚੁਨਿਟੀ ਲੈ ਸਕਦੇ ਹੈਗੇ ਹੋ ਐਂਡ ਤੁਸੀਂ ਉਹਦੇ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ICC ਨਾਲ ਕੰਟੈਕਟ ਕਰ ਸਕਦੇ ਹੋ। ਬੈਕ ਹੋਮ ਤੁਸੀਂ ਬਿਜ਼ਨਸ ਕਰਦੇ ਹੋ, ਜੌਬ ਕਰਦੇ ਹੋ ਜਾਂ ਤੁਹਾਡੀ ਐਕਸਪ੍ਰੈਸ ਐਂਟਰੀ ਦੇ ਵਿੱਚ ਪ੍ਰੋਫਾਈਲ ਕ੍ਰੀਏਟਡ ਹੈਗੀ ਹੈ ਤੇ ਤੁਸੀਂ ਆਪਣੀਆਂ ਆਪਸ਼ਨ ਸਾਡੇ ਨਾਲ ਜ਼ਰੂਰ ਡਿਸਕਸ ਕਰ ਸਕਦੇ ਹੋ। ICC ਤੇ ਸਾਨੂੰ ਤਕਰੀਬਨ 14.5 ਸਾਲ ਹੋ ਗਏ ਨੇ ਜੀ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋਏ ਆ ਐਂਡ ਵੀ ਆਰ ਅ ਟੀਮ ਦੈਟ ਇਜ਼ ਨੋਨ ਫॉर ਕ੍ਰਿਸਟਲ ਕਲੀਅਰ ਐਂਡ ਟ੍ਰਾਂਸਪੇਰੈਂਟ ਐਡਵਾਈਸ। ਜਿਹੜੀ ਚੀਜ਼ ਪੋਸੀਬਲ ਹੋਏਗੀ ਤੁਹਾਨੂੰ ਦੱਸਾਂਗੇ। ਹੁਣ ਜੇ 350 ਦੇ ਤੁਸੀਂ ਮੈਨੂੰ ਕਹੋਗੇ ਪ੍ਰੋਫਾਈਲ ਕ੍ਰੀਏਟ ਕਰ ਦਿਓ ਮੈਂ ਤੁਹਾਨੂੰ ਕਹੂੰਗਾ ਜੀ ਮੇਰੇ ਤੋਂ ਨਹੀਂ ਮੈਂ ਨਹੀਂ ਕਰ ਸਕਦਾ, ਤੁਸੀਂ ਕਿਸੇ ਹੋਰ ਤੋਂ ਕਰਵਾ ਲਓ। ਸੋ ਇਸ ਤਰ੍ਹਾਂ ਦੀ ਤੁਹਾਨੂੰ ਸਟ੍ਰੇਟ ਫਾਰਵਰਡ ਐਡਵਾਈਸ ਮਿਲਣਗੀਆਂ। ਸੋ ਜੇ ਤੁਹਾਡੇ ਤੋਂ ਸਕੋਰ ਕਿਸ ਤਰ੍ਹਾਂ ਵੱਧ ਸਕਦਾ, ਜੌਬ ਆਫਰ ਦੇ ਵਿੱਚ ਕਿਸ ਤਰ੍ਹਾਂ ਤੁਹਾਡੀ ਹੈਲਪ ਹੋ ਸਕਦੀ ਹੈ, ਉਹਦੇ ਵਾਸਤੇ ਤੁਸੀਂ ਸਾਨੂੰ ਜ਼ਰੂਰ ਕੰਟੈਕਟ ਕਰ ਸਕਦੇ ਹੋ। ਐਂਡ ਜੇ ਹੌਸਪਿਟੈਲਿਟੀ ਦਾ ਐਕਸਪੀਰੀਅੰਸ ਹੈਗਾ, ਤੁਸੀਂ ਕੁੱਕ ਹੈਗੇ ਹੋ, ਸ਼ੈਫ ਹੈਗੇ ਹੋ, ਰੈਸਟੋਰੈਂਟ ਸੁਪਰਵਾਈਜ਼ਰ ਹੈਗੇ ਹੋ, ਈਵਨ ਸਰਵਰ ਹੈਗੇ ਹੋ, ਹੋਟਲ ਦੇ ਵਿੱਚ ਫਰੰਟ ਡੈਸਕ ਕਲਰਕ ਹੈਗੇ ਹੋ ਜਾਂ ਰੂਮ ਕਲੀਨਰ ਹੈਗੇ ਹੋ ਜਾਂ ਸੁਪਰਵਾਈਜ਼ਰ ਹੈਗੇ ਹੋ ਤੇ ਤੁਹਾਡੇ ਵਾਸਤੇ ਓਪਰਚੁਨਿਟੀ ਸਾਡੇ ਕੋਲ ਐਗਜ਼ਿਸਟ ਕਰਦੀ ਹੈ। ਘੱਟੋ ਘੱਟ ਗ੍ਰੇਡ 12 ਤੁਹਾਡੇ ਕੋਲ ਜ਼ਰੂਰ ਹੋਣੀ ਚਾਹੀਦੀ ਹੈ, 55 ਇਅਰਸ ਤੋਂ ਘੱਟ ਏਜ ਹੋਣੀ ਚਾਹੀਦੀ ਹੈ, 5 ਬੈਂਡ ਆਈਲੈਟ ਦੇ ਤੁਸੀਂ ਲੈ ਸਕਦੇ ਹੋ ਤੇ ਤੁਸੀਂ ਵਰਕ ਪਰਮਿਟ ਤੇ ਆ ਕੇ PNP ਦੇ ਥਰੂ ਪਰਮਨੈਂਟ ਰੈਜ਼ੀਡੈਂਸੀ ਵਿਦ ਫੈਮਿਲੀ ਹਾਸਲ ਕਰ ਸਕਦੇ ਹੋ। ਸੋ ਉਹਦੀ ਇਨਫੋਰਮੇਸ਼ਨ ਲੈਣ ਵਾਸਤੇ ICC ਤੇ ਕੰਟੈਕਟ ਕਰ ਸਕਦੇ ਹੋ 9054612424। ਐਂਡ ਤਰਨ ਜੀ ਸਾਡੇ ਕੋਲ ਨਾਲ ਦੀ ਨਾਲ ਇਸ ਟਾਈਮ ਕਾਫੀ ਸਾਰੀ ਓਪਰਚੁਨਿਟੀਜ਼ ਨਰਸਿਸ ਵਾਸਤੇ ਆਈਆਂ ਜੀ। ਨਰਸਿਸ ਦੀਆਂ ਜਿਹੜੀਆਂ ਓਪਰਚੁਨਿਟੀਜ਼ ਹੈਗੀਆਂ US ਵਾਸਤੇ ਹੈਗਾ ਪਲੇਸਮੈਂਟਸ ਦੀਆਂ ਐਂਡ ਤੁਹਾਨੂੰ ਜੌਬਸ ਮਿਲਣਗੀਆਂ ਐਂਡ $30 to $35 USD ਪਰ ਆਰ ਤੁਹਾਡੀ ਸੈਲਰੀ ਹੋ ਸਕਦੀ ਹੈਗੀ ਹੈ। ਈਵਨ ਤੁਸੀਂ ਫਰੈਸ਼ BSc ਕੀਤੀਆਂ ਤਾਂ ਵੀ ਤੁਸੀਂ ਐਲੀਜੀਬਲ ਹੈਗੇ ਹੋ ਪ੍ਰੋਵਾਈਡਡ ਤੁਹਾਡੇ ਕੋਲ IELTS ਹੈਗਾ ਤੇ NCLEX ਕਲੀਅਰਡ ਹੈਗਾ। ਜੇ ਤੁਸੀਂ NCLEX ਕਲੀਅਰ ਕੀਤਾ ਹੋਇਆ ਐਂਡ ਹੁਣੇ ਡਿਗਰੀ ਲਿੱਤੀ ਹੈ ਤਾਂ ਵੀ ਤੁਸੀਂ ਐਲੀਜੀਬਲ ਹੈਗੇ ਹੋ। ਸਾਰੇ ਪ੍ਰੋਸੈਸ ਦਾ ਤਕਰੀਬਨ ਪ੍ਰੋਸੈਸਿੰਗ ਟਾਈਮ ਹੈਗਾ 3 ਤੋਂ 5 ਮਹੀਨਿਆਂ ਦਾ। ਸੋ ਤੁਹਾਡੀ ਪਲੇਸਮੈਂਟਸ 3 ਤੋਂ 5 ਮਹੀਨੇ ਦੇ ਵਿੱਚ US ਦੇ ਵਿੱਚ ਹੋ ਸਕਦੀ ਹੈ ਐਂਡ ਇਵੈਂਚੁਅਲੀ ਤੁਸੀਂ ਗ੍ਰੀਨ ਕਾਰਡ ਵਾਸਤੇ ਐਲੀਜੀਬਿਲਿਟੀ ਤੁਹਾਡੀ ਬਣ ਸਕਦੀ ਹੈ। ਸੋ ਇਨਫੋਰਮੇਸ਼ਨ ਲੈਣ ਵਾਸਤੇ ਨਰਸਿਸ ICC ਨਾਲ ਜ਼ਰੂਰ ਕੰਟੈਕਟ ਕਰਨ ਐਂਡ ਵੀ ਕੈਨ ਅਸਿਸਟ ਯੂ ਐਂਡ ਗਾਈਡ ਯੂ। ਬਿਲਕੁਲ ਸਰ, ਥੈਂਕ ਯੂ ਸੋ ਮਚ ਤੁਸੀਂ ਪ੍ਰੋਗਰਾਮ 'ਚ ਆਏ ਹੋ ਤੇ ਜਾਣਕਾਰੀ ਸਾਂਝੀ ਕੀਤੀ ਹੈ। ਥੈਂਕ ਯੂ ਵੈਰੀ ਮਚ ਤਰਨ ਜੀ, ਇਟਸ ਆਲਵੇਜ਼ ਅ ਪਲੇਜ਼ਰ। ਸੋ ACG ਕੈਨੇਡਾ ਦੀ ਇਮੀਗ੍ਰੇਸ਼ਨ ਨੂੰ ਲੈ ਕੇ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਸੋ ਉਮੀਦ ਕਰਦੇ ਹਾਂ ਕੋਈ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਤੁਸੀਂ ICC ਇਮੀਗ੍ਰੇਸ਼ਨ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।